ਆਦਿ ਨਿਰੰਜਨ ਹੈ ਗੁਰੂ ਨਾਨਕ, ਧਾਰ ਕੇ ਮੂਰਤ ਹੈ ਜਗ ਆਇਓ। ਲੋਕ ਸੁਣਿਓ ਪਰਲੋਕ ਸੁਣਿਓ, ਬਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ। ਸੰਗਤ ਪਾਰ ਉਤਾਰਨ ਕੋ, ਗੁਰੂ ਨਾਨਕ ਸਾਹਿਬ ਪੰਥ ਚਲਾਇਓ। ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ, ਧਾਰ ਕੇ ਮੂਰਤ ਹੈ ਜਗ ਆਇਓ। ਆਦਿ ਕਰੋ ਗੁਰਦੇਵ ਕੋ ਬੰਦਨ, ਵਾਹਿਗੁਰੂ ਮੁਖ ਮਾਹੇ ਵਿਚਾਰੀ। ਦੋਏ ਕਰ ਜੋਰ ਕਰੋ ਚਰਣਾ ਪਰ, ਜਾਂ ਸਦਾ ਗੁਰ ਕੋ ਬਲਿਹਾਰੀ। ਆਨ ਸੁਨੈ ਉਪਮਾ ਗੁਰ ਕੀ, ਗੁਰ ਮੂਰਤ ਧਿਆਨ ਹਿਰਦੈ ਮਹਿ ਧਾਰੀ। ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ, ਸੇਵਕ ਸਰਣ ਗਹਿ ਦਰਬਾਰੀ। ਗੰਡੋਤ ਬੰਧਨ ਅਨਕ ਵਾਰ, ਸਰਬ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪਰਵਾਸ। ਉਹ ਕੁਚਰੈ ਸ਼ਾਸਤਰ ਖਾਟ, ਪੇਂਗ ਗਿਰਨ ਚੜ ਜਾਏ। ਅੰਧ ਲਖੈ ਬਦਰੋ ਸੁਨੈ, ਜੋ ਕਾਲ ਕਿਰਪਾ ਕਰਾਏ। ਗੁਰੂ ਨਾਨਕ ਪਰਸ਼ੋਤਮ ਪਰਮ ਪਰਾਵਰਨਾਥ, ਜੁਗਲ ਚਰਨ ਮਮ ਬੰਦਨਾ। ਹਰ ਕਰ ਤਾਰ ਪਰਮਾਥ। ਗੁਰੂ ਨਾਨਕ ਸੁਖ ਸਿੰਧ ਕੋ, ਹਾਥ ਜੋਰ ਪ੍ਰਣਾਮ। ਜਿਸ ਕਰਨਾ ਤੇ ਵੜਿਆਗੀ, ਪਾਵਹਿ ਗਤ ਵਿਸ਼ਰਾਮ। ਸਤਨਾਮ ਵਾਹਿਗੁਰੂ ਜੀ। ਦਿਲਾਵਲ ਇਨ ਮਾਇਆ ਜਗਦੀਸ਼ ਗੁਸਾਈ, ਤੁਮਰੇ ਚਰਨ ਬਿਸਾਰੇ। ਕਿੰਚਤ ਪ੍ਰੀਤ ਨ ਉਪਜੈ ਜਨ ਕਉ, ਜਨ ਕਹਾ ਕਰਹਿ ਬੇਚਾਰੇ। ਇਨ ਮਾਇਆ ਜਗਦੀਸ਼ ਗੁਸਾਈ, ਤੁਮਰੇ ਚਰਨ ਬਿਸਾਰੇ। ਕਿੰਚਤ ਪ੍ਰੀਤ ਨ ਉਪਜੈ ਜਨ ਕਉ, ਜਨ ਕਹਾ ਕਰਹਿ ਬੇਚਾਰੇ। ਰਹਾਉ ਤ੍ਰਿਗ ਧਨ ਤ੍ਰਿਗ ਧਨ, ਤ੍ਰਿਗ ਇਹ ਮਾਇਆ। ਤ੍ਰਿਗ ਤ੍ਰਿਗ ਮਦ ਬੁੱਧ ਫਨੀ, ਇਸ ਮਾਇਆ ਕਉ ਦ੍ਰਿੜ ਕਰ ਰੱਖੋ। ਬੰਦੇ ਆਪ ਬਚਨੀ, ਕਿਆ ਖੇਤੀ ਕਿਆ ਲੇਵਾ ਦੇਈ। ਪਰਪੰਚ ਝੂਠ ਗੁਮਾਨਾ, ਕਹਿ ਕਬੀਰ ਤੇ ਅੰਤ ਬੇਗੂਤੇ। ਆਇਆ ਕਾਲ ਨਿਦਾਨਾ, ਕਿਆ ਖੇਤੀ ਕਿਆ ਲੇਵਾ ਦੇਈ। ਪਰਪੰਚ ਝੂਠ ਗੁਮਾਨਾ, ਕਹਿ ਕਬੀਰ ਤੇ ਅੰਤ ਬੇਗੂਤੇ। ਆਇਆ ਕਾਲ ਨਿਦਾਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮਹਾਨ ਬਖਸ਼ਿਸ਼ ਕਿਰਪਾਲਤਾ ਦਾ ਸਦਕਾ ਆਪ ਸਾਰੀਆਂ ਸੰਗਤਾਂ ਹਫ਼ਤਾਵਾਰੀ ਤਥਾ ਹਮ ਆਪਸ ਦੇ
ਪੁਰਬ ਨੂੰ ਮੁੱਖ ਰੱਖਦਿਆਂ ਹੋਇਆਂ ਰੋਜ਼ ਦੇ ਸਰੋਤੇ ਵੀ ਔਰ ਬਾਹਰੋਂ ਵੀ ਬੇਅੰਤ ਸੰਗਤਾਂ ਗੁਰੂ ਮਹਾਰਾਜ ਦੇ ਪਾਵਨ ਦਰਬਾਰ ਦੀ ਹਾਜ਼ਰੀ ਭਰ ਰਹੀਆਂ ਹਨ ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਸਥਾਨ ਦੇ ਮਰਜ਼ਾਦਾ ਦੇ ਅਨੁਸਾਰ ਅੰਮ੍ਰਿਤ ਵੇਲੇ ਸਤਿਗੁਰਾਂ ਦੇ ਸੋਹਣੇ ਪ੍ਰਕਾਸ਼ ਦੀ ਸੇਵਾ ਹੋਈ ਹੈ। ਪੰਜ ਬਾਣੀਆਂ ਦਾ ਨਿਤਨੇਮ, ਸ਼੍ਰੀ ਆਸਾ ਜੀ ਦੀ ਵਾਰ ਦਾ ਸੰਪੂਰਨ ਕੀਰਤਨ ਹਰਜਸ। ਅੱਜ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੇ ਬੜੀ ਅਲੌਕਿਕ ਮਹਾਨ ਬਖਸ਼ਿਸ਼ ਕਿਰਪਾ ਕੀਤੀ ਹੈ, ਜਿੱਥੇ ਇਸ ਸਥਾਨ ਦੇ ਸੇਵਾਦਾਰ ਗੁਰੂ ਕੇ ਕੀਰਤਨੀ ਰਾਗੀ ਸਿੰਘ ਰੋਜ਼ਾਨਾ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਆਪ ਸੰਗਤਾਂ ਨੂੰ ਸ਼ਰਵਣ ਕਰਾਉਂਦੇ ਹਨ। ਅੱਜ ਬਹੁਤ ਹੀ ਪ੍ਰਸੰਨਤਾ ਹੈ। ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਹਜ਼ੂਰੀ ਰਾਗੀ ਭਾਈ ਗੁਰਮੀਤ ਸਿੰਘ ਜੀ ਸ਼ਾਂਤ, ਉਹਨੇ ਤਖੱਲਸ ਵੀ ਬੜਾ ਵਧੀਆ ਰੱਖਿਆ ਤੇ ਸੰਗਤਾਂ ਨੂੰ ਅੰਮ੍ਰਿਤ ਰੂਪ ਪਾਵਨ ਬਾਣੀ ਦਾ ਨਿਰਧਾਰਤ ਰਾਗਾਂ ਦੁਆਰਾ ਤੇ ਨਾਲ ਹੋਰ ਵੀ ਪ੍ਰਸੰਨਤਾ ਹੈ ਜੋ ਇਸੇ ਪਵਿੱਤਰ ਸਥਾਨ ਤੋਂ ਸ਼੍ਰੀ ਮਰਦਾਨਾ ਜੀ ਨੂੰ ਰਬਾਬ ਦੀ ਦਾਤ ਬਖਸ਼ਿਸ਼ ਹੋਈ ਸੀ। ਇਸ ਪਵਿੱਤਰ ਸਾਜ ਦੇ ਦਰਸ਼ਨ ਵੀ ਔਰ ਇਸ ਦੁਆਰਾ ਕੀਰਤਨ ਵੀ ਸ਼ਰਵਣ ਕਰਾਇਆ ਹੈ। ਰਬਾਬ ਦਾ ਆਖਰੀ ਅਰਥ ਹੈ ਰੱਬੇ ਆਪ, ਰੱਬ ਦੇ ਨਾਮ ਦੀ ਤਰਾਵਟ ਨੂੰ ਪੈਦਾ ਕਰਨ ਵਾਲਾ। ਸੋ ਭਾਈ ਸਾਹਿਬ ਭਾਈ ਗੁਰਮੀਤ ਸਿੰਘ ਜੀ, ਉਹਨਾਂ ਦੇ ਸਾਰੇ ਜਥੇ ਦਾ, ਇੱਥੋਂ ਦੇ ਪ੍ਰਬੰਧਕ ਸੇਵਾਦਾਰ ਹੈੱਡ ਗ੍ਰੰਥੀ ਸਾਹਿਬ, ਮੈਨੇਜਰ ਸਾਹਿਬ, ਸਾਰੀਆਂ ਸੰਗਤਾਂ ਵੱਲੋਂ ਬਹੁਤ ਧੰਨਵਾਦ ਹੈ ਕਿ ਜਿਨ੍ਹਾਂ ਨੇ ਉਚੇਚੇ ਤੌਰ 'ਤੇ ਆਪਣੇ ਪਿਆਰ, ਆਪਣੇ ਸ਼ੌਂਕ ਦੁਆਰਾ ਆ ਕਰਕੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਸ੍ਰੀ ਆਸਾ ਜੀ ਵਾਰ ਔਰ ਬੇਅੰਤ ਸ਼ਬਦਾਂ ਦਾ ਰਾਗਾਂ ਵਿੱਚ ਕੀਰਤਨ ਸ਼ਰਵਣ ਕਰਾ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਪ੍ਰਬੰਧਕਾਂ ਦੀਆਂ ਗੁਰੂ ਕੀਆਂ ਸੰਗਤਾਂ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਹਨ। ਕਿਉਂਕਿ ਇੱਕ ਤੇ ਆਹਤ, ਇੱਕ ਹੈ ਅਨਾਹਤ। ਆਹਤ ਹੁੰਦਾ ਜਿਵੇਂ ਚੋਟ ਤੋਂ ਕੋਈ ਸ਼ਬਦ ਪੈਦਾ ਹੁੰਦਾ ਹੈ, ਜਿਸ ਤਰ੍ਹਾਂ ਘੜਿਆਲ ਤੇ ਆਪਾਂ ਥੋੜਾ ਮਾਰਦੇ ਹਾਂ ਆਵਾਜ਼ ਪੈਦਾ ਹੁੰਦੀ ਹੈ। ਇੱਕ ਅਨਾਹਤ, ਇਹ ਬਾਣੀ ਸਾਰੀ ਅਨਾਹਤ ਰੂਪ ਹੈ ਔਰ ਅੰਮ੍ਰਿਤ ਰੂਪ ਬਾਣੀ, ਇਹਦੀ ਹੱਦ ਸੀਮਾ ਕੋਈ ਨਹੀਂ। ਪੂਰੇ ਵਰਤੇ ਉਪਜੀ ਪੂਰੇ ਮਾਹੇ ਸਮਾਣੀ। ਸੋ ਰਾਗੀ ਸਿੰਘਾਂ ਦਾ, ਭਾਈ ਸ਼ਾਂਤ ਜੀ ਦਾ ਬਹੁਤ ਧੰਨਵਾਦ ਹੈ। ਬੜਾ ਮਨ ਨੂੰ ਸ਼ਾਂਤੀ ਮਿਲੀ, ਆਨੰਦ ਸਕੂਨ ਮਿਲਿਆ। ਭਾਵੇਂ ਦਾਸ ਨੂੰ ਤੇ ਥੋੜ੍ਹਾ ਸਮਾਂ ਮਿਲਿਆ, ਪਰ ਉਹ ਥੋੜ੍ਹੇ 'ਚੋਂ ਵੀ ਬਹੁਤੇ ਦਾ ਗਿਆਨ ਹੋ ਜਾਂਦਾ ਹੈ। ਜਿਸ ਤਰ੍ਹਾਂ ਦੇਗ ਵਿੱਚ ਦਾਲ ਰਿੱਝਦੀ ਹੈ, ਇੱਕ ਦਾਣਾ ਫੇਂਕ ਕੇ ਦੇ ਲਈਏ, ਸਾਰੀ ਰਿੱਝੀ ਦਾ ਗਿਆਨ ਹੋ ਜਾਂਦਾ। ਭਾਵੇਂ ਕੁਝ ਚੰਦ ਮਿੰਟੇ ਦਾਸ ਨੇ ਸ਼ਾਂਤ ਜੀ ਦਾ ਇਹ ਕੀਰਤਨ ਸੁਣਿਆ, ਪਹਿਲਾਂ ਪਤਾ ਨਹੀਂ ਸੀ, ਨਹੀਂ ਪੂਰਾ ਸੁਣਦੇ, ਪਰ ਉਹ ਥੋੜ੍ਹੇ ਮਿੰਟਾਂ 'ਚ ਹੀ
मन नूं बड़ा भारी आनंद प्राप्त होया कि रागी सिंघां ने मेहनत की है, उस्ताद की मार खाधी है और गुरु महाराज की बख्शिश भी है। जिथे धन धन साहिब श्री गुरु रामदास जी महाराज जी दे दरबार की हाज़री भरते हैं। अज उन्होंने मन उचेचा शौक सी कि जिथों राग ते नाद आरंभ होया, सुल्तानपुर साहिब की पावन धरती, उत्थे जाके कीर्तन द्वारा संगत की सेवा करके महाराज दीयां खुशियां प्राप्त करिए। सो शांत साहब ने आके संगतां नूं अमृत रूप पावन बाणी दे कीर्तन द्वारा हड़दे बलदे हिरदियां नूं शांत किया है। क्योंकि अमृत बाणी हर हर तेरी सुन सुन होवे परमगत मेरी। ये ऐसी बाणी है, पाठ द्वारा सुनिए, कीर्तन द्वारा तो बहुत आनंददायी बन जाती है, कथा विचार द्वारा। सो इस वास्ते गुरु महाराज ने ये मान बख्शिश की है। मैनेजर साहब हैड ग्रंथी साहब जी का भी उद्यम सफल होया और जिन्होंने उद्यम प्रचारित करके भाई शांत जी नूं संगत दे गुरु महाराज दे दर्शन कीर्तन की सेवा का इस भाग महाराज वालों बख्शिश होया। सो शांत जी का बहुत बहुत धन्यवाद है। फिर भी गाए बगाए इउं संगतां नूं आके कीर्तन सरवण कराया करो, क्योंकि ये भी अमल हुंदा है। एक बारी अमल ला दईए मुड़ के ना दईए ये भी ठीक नहीं। तो जदों भी तुहानूं समा मिले धन धन साहिब श्री गुरु नानक देव जी महाराज जी दे चरनां च आके हाज़री भरिया करो। महाराज सच्चे पातशाह जिथे अगे आप जी नूं यह अमोलक दात दिती है, ये गुरु महाराज होर बख्शिश करनगे, क्योंकि गुरु अर्जन साहब ने ये गुरसिखां नूं दात बख्श दी है। सो आओ प्यार दे नाल हुण जिस तरह समा निश्चित है उहदे मुताबक जो धन धन साहिब श्री गुरु ग्रंथ साहिब महाराज जी लड़ीवार जो कथा बिलावल राग विच है 856-57 अंग ते भगत कबीर साहब की बाणी विचों आप जी नूं अमृत रूप बाणी का विचार श्रवण करन दा सुभाग प्राप्त होवेगा। सो सारियां संगतां मन विरती की एकाग्रता वास्ते रसना की पवित्रता लई गज वज के बोलो सतनाम श्री वाहिगुरु जी। सतनाम श्री वाहिगुरु साहिब जीओ। बिलावल इन माया जगदीश गोसाई तुमरे चरण बिसारे। कबीर साहब जी गुरु आशे नूं मुख रख के बाणी का उचारण करते हैं। ये माया क्या चीज़ है? जड़ चेतन रूप विच है। ये जड़ माया विच सोना चांदी माया पदार्थ जमीनां जायदादां माल ढांडा जो कुछ भी है ये अंतर्गत है। चेतन माया जो स्त्रियां नूं मन्निया गया है। महाराज कहंदे ये माया
ਇਸ ਨੇ ਸਾਰੇ ਸੰਸਾਰ ਨੂੰ ਭੁਲਾਇਆ ਹੋਇਆ। ਇਸ ਸਰਪਣੀ ਉੱਪਰ ਨਹੀਂ ਕੋ ਬਲਿਆ, ਜਿਨ ਬ੍ਰਹਮਾ ਵਿਸ਼ਨ ਮਹਾਦੇਵ ਛਲਿਆ। ਸਧਾਰਨ ਮਨੁੱਖਾਂ ਦੀ ਤਾਂ ਕਿਹੜੀ ਗੱਲ ਆ, ਜਿਹੜੇ ਵੱਡੇ ਵੱਡੇ ਦੇਵਤੇ ਹਰਤੇ ਕਰਤੇ ਪਰਮੇਸ਼ਰੀ ਮਾਇਆ ਨੇ ਉਹਨਾਂ ਨੂੰ ਵੀ ਛਲਿਆ ਹੋਇਆ। ਨਕਟੀ ਕੋ ਠਨਗਨ ਬਾਂਡਾ ਡੂ, ਕਿਨਹਿ ਵਿਵੇਕੀ ਕਾਟੀ ਤੂੰ, ਸਗਲਿਆਂ ਕੀ ਹਉ ਬਹਿਨ ਭਾਣ ਜੀ, ਜਿਨ ਹੈ ਬਰੀ ਤਿਸ ਚੇਰੀ। ਇਹ ਮਾਇਆ ਜਿਹਦੇ ਦੁਆਰਾ ਦੂਸਰਾ ਭਾਵ ਪੈਦਾ ਹੁੰਦਾ ਔਰ ਪਰਮੇਸ਼ਰ ਨੂੰ ਇਹ ਭੁਲਾ ਦਿੰਦੀ ਹੈ, ਆਪਣੇ ਨਾਲ ਜੋੜ ਲੈਂਦੀ ਹੈ। ਭਗਤ ਜੀ ਕਹਿੰਦੇ ਹਨ, ਇਹ ਨਿਰੰਕਾਰ ਪਰਮੇਸ਼ਰ, ਇਹ ਮਾਇਆ ਨੇ ਆਪਣਾ ਪ੍ਰਭਾਵ ਪਾ ਕੇ ਤੁਹਾਡੇ ਚਰਨਾਂ ਦੀ ਜਿਹੜੀ ਪ੍ਰੀਤੀ ਸੀ ਉਹਦੇ ਵੱਲੋਂ ਸਾਨੂੰ ਭੁਲਾ ਦਿੱਤਾ। ਅਸੀਂ ਭੁੱਲ ਵਿੱਚ ਪੈ ਗਏ ਹਾਂ, ਕਿਉਂਕਿ ਸੰਸਾਰ ਦੇ ਉੱਤੇ ਇਨਸਾਨ ਆਇਆ ਸੀ ਪਰਮਾਤਮਾ ਨੂੰ ਮਿਲਣ ਵਾਸਤੇ। ਇਹ ਠੀਕ ਹੈ, ਇਨਸਾਨ ਦੀਆਂ ਲੋੜਾਂ ਹਨ, ਕੁੱਲੀ ਹੈ, ਗੁੱਲੀ ਹੈ, ਜੁੱਲੀ ਹੈ। ਕੁੱਲੀ ਦਾ ਭਾਵ ਹੈ ਮਕਾਨ, ਜੁੱਲੀ ਦਾ ਭਾਵ ਹੈ ਬਸਤਰ ਕੱਪੜਾ ਆਦਿ, ਔਰ ਗੁੱਲੀ ਦਾ ਭਾਵ ਹੈ ਕੋਈ ਭੋਜਨ ਪਾਣੀ। ਕਿ ਜਿਸ ਵੇਲੇ ਆਪਾਂ ਆਪਣੀਆਂ ਜਾਂ ਪਰਿਵਾਰ ਦੀਆਂ ਲੋੜਾਂ ਤੋਂ ਜ਼ਿਆਦਾ ਲਾਲਚ ਵਿੱਚ ਪੈ ਜਾਂਦੇ ਹਾਂ, ਫਿਰ ਇਨਸਾਨ ਦੇ ਅੰਦਰ ਬਹੁਤ ਤਰ੍ਹਾਂ ਦੇ ਪਾਪ ਉਪਦਰਵ ਜਿਹੜੇ ਹਨ ਉਹ ਪੈਦਾ ਹੋ ਜਾਂਦੇ ਹਨ। ਇਸ ਕਰਕੇ ਭਗਤ ਜੀ ਸਮਝਾ ਰਹੇ ਹਨ, ਇਹ ਪਰਮੇਸ਼ਰ, ਇਹ ਤੇਰੀ ਮਾਇਆ ਕੈਸੀ ਹੈ ਜਿਨ ਤੈਨੂੰ ਭੁਲਾ ਦਿੱਤਾ। ਕ੍ਰਿਸ਼ਨ ਜੀ ਨੂੰ ਅਰਜਨ ਨੇ ਕਿਹਾ ਸੀ, ਮਹਾਰਾਜ ਇਹ ਮਾਇਆ ਕੀ ਚੀਜ਼ ਹੁੰਦੀ ਹੈ? ਕਹਿੰਦੇ ਇੱਧਰ ਨਾ ਧਿਆਨ ਦੇ। ਕਹਿੰਦੇ ਨਹੀਂ ਮਹਾਰਾਜ ਦਿਖਾਓ। ਗੜਵਾ ਫੜਾ ਲਿਆ, ਕਿਰਿਆ ਵਾਲੀ ਬਾਹਰ ਚਲੇ ਗਏ। ਮਹਾਰਾਜ ਦਾਤਨ ਕਰਦੇ ਸੀ, ਐਸੀ ਮਾਇਆ ਪਈ, ਸਾਰਾ ਭੁੱਲ ਭੁਲਾ ਗਿਆ। ਉੱਥੋਂ ਅੱਗੇ ਚਲੇ ਗਿਆ, ਇੱਕ ਮੰਦਰ ਵਿੱਚ ਮਹਾਭਾਰਤ ਦੀ ਕਥਾ ਹੋ ਰਹੀ ਹੈ। ਜਦੋਂ ਅਰਜਨ ਦਾ ਨਾਮ ਆਇਆ, ਕਹਿੰਦਾ ਅਰਜਨ ਤਾਂ ਮੈਂ ਹੀ ਹਾਂ। ਉਹ ਕਹਿੰਦੇ ਇਹ ਤਾਂ ਦੁਆਪਰ ਦੀ ਗੱਲ ਹੈ, ਤੂੰ ਅਰਜਨ ਕਿਵੇਂ ਝੂਠਾ ਬਣਿਆ ਫਿਰਦਾ? ਉਹਨੇ ਚੰਗਾ ਕੁੱਟਿਆ। ਅੱਗੇ ਇੱਕ ਸਵੰਬਰ ਰਚਿਆ ਹੋਇਆ ਸੀ, ਸਵੰਬਰ ਦੀ ਸ਼ਰਤ ਪੂਰੀ ਕੀਤੀ, ਵਿਆਹ ਸ਼ਾਦੀ ਹੋ ਗਈ, ਬੱਚੇ ਬੱਚੀਆਂ ਹੋ ਗਏ। ਬਸ ਘਰ ਵਾਲੀ ਨਾਲ ਬੜਾ ਪਿਆਰ ਸੀ, ਉਹ ਐਸਾ ਸੁਭਾਅ ਬਣਿਆ। ਉਹਦੀ ਮੌਤ ਦਾ ਸਮਾਂ ਆ ਗਿਆ, ਜਦੋਂ ਚਿਖਾ ਚਿਣੀ ਨਾਲੇ ਸੜ ਕੇ ਮਰਨ ਲਈ ਤਿਆਰ ਹੋ ਗਿਆ। ਕ੍ਰਿਸ਼ਨ ਮਹਾਰਾਜ ਕਹਿੰਦੇ ਪਕੜ ਕੇ ਲਿਆਓ ਅਰਜਨ ਨੂੰ। ਕਹਿੰਦੇ ਅਰਜਨ ਤੈਨੂੰ ਮਹਾਰਾਜ ਬੁਲਾਉਂਦੇ ਆ। ਕਹਿੰਦੇ ਅਰਜਨ ਨਾਲ ਖਾ ਕੇ ਤੇ ਮੈਂ ਅੱਗੇ ਕੁੱਟ ਬਹੁਤ ਖਾਧੀ ਹੈ। ਅਰਜਨ ਕ੍ਰਿਸ਼ਨ ਦਾ ਪਿੱਛੇ ਹੋਏ ਆ। ਕਹਿੰਦੇ ਮਹਾਰਾਜ ਉਹ ਤਾਂ ਸੁਣਦਾ ਹੀ ਨਹੀਂ, ਗੱਲਾਂ ਬੱਲ ਜਿਹੀਆਂ ਕਰੀ ਜਾਂਦਾ। ਕਹਿੰਦਾ ਸੀ ਨਾ ਮਾਇਆ ਦਿਖਾਓ, ਇਹਨੂੰ ਦਿਓ ਜਮਨਾ 'ਚ ਗੋਤਾ। ਉਹ ਜਿਹੜੇ ਮਾਇਆ ਦਾ ਪ੍ਰਭਾਵ ਉਤਰਿਆ, ਉੱਥੇ ਕ੍ਰਿਸ਼ਨ ਬੈਠੇ ਦਾਤਨ ਕਰਦੇ ਆਏ ਜਮਨਾ ਕਿਨਾਰੇ। ਇਸ ਵਾਸਤੇ ਇਹ ਐਸੀ ਹੈ, ਮੋਹ ਨੂੰ ਪੈਦਾ ਕਰਦੀ ਹੈ, ਪਰਮਾਤਮਾ ਨੂੰ ਭੁਲਾ ਦਿੰਦੀ ਹੈ, ਦੂਜੇ ਭਾਵ ਵਿੱਚ ਲਾ ਦਿੰਦੀ ਹੈ। ਸੋ ਕਬੀਰ ਸਾਹਿਬ ਕਹਿੰਦੇ, ਇਹ ਪਰਮੇਸ਼ਰ, ਇਸ ਮਾਇਆ ਨੇ ਤੇਰੇ ਚਰਨ ਵਸਾਰ ਦਿੱਤੇ। ਇਹ ਮਾਇਆ ਵਾਸਤੇ ਬੜੇ ਉਪਦਰਵ ਹੁੰਦੇ ਆ। ਉਹ ਇੱਕ ਰਾਜਾ ਸੀ, ਜਦੋਂ ਉਸਨੇ ਲੰਘਣਾ, ਪੁਰਾਣੇ ਰਾਜਿਆਂ ਦੇ ਮਹਿਲ ਹੁੰਦੇ ਸੀ, ਕਿਲਾ ਕੋਟ, ਪਾਣੀ ਦੀ ਖਾਈ,
ਮੌਤ ਤੋਂ ਡਰਦਿਆਂ ਬੜੇ ਪ੍ਰਬੰਧ ਕੀਤੇ ਹੁੰਦੇ ਸੀ। ਉਹ ਰਾਜੇ ਨੇ ਲੰਘਣਾ ਵਜ਼ੀਰ ਦੀ 7 ਮੰਜ਼ਲੀ ਇਮਾਰਤ ਸੀ। ਰਾਜਾ ਕਹਿਣ ਲੱਗਾ, ਵਜ਼ੀਰ ਆ ਜਿਹੜੀ ਕੋਠੀ ਹੈ ਇਹ ਗਿਰਾ ਦਿਓ, ਸਾਨੂੰ ਉੱਪਰ ਜੀ ਘੁੰਮ ਕੇ ਆਉਣਾ ਪੈਂਦਾ ਹੈ। ਅੱਗੇ ਵਜ਼ੀਰ ਬੜੇ ਵਿਦਵਾਨ ਹੁੰਦੇ ਸੀ, ਸਿਆਣੇ ਹੁੰਦੇ ਸੀ, ਯੋਗ ਹੁੰਦੇ ਸੀ। ਹੁਣ ਵੋਟਾਂ ਨਾਲ ਬਣਦੇ ਆ, ਸਿਆਣਪ ਦੀ ਕੋਈ ਲੋੜ ਨਹੀਂ। ਜਿਹਦੇ ਹੋਰ ਵੋਟਾਂ ਜ਼ਿਆਦਾ ਪੈ ਜਾਂਦੀਆਂ ਉਹ ਬਣ ਜਾਂਦਾ। ਉਦੋਂ ਹੁੰਦੇ ਸੀ ਵਿਦਵਾਨ ਲੋਕ, ਸਮਝਦਾਰ, ਉਹਨਾਂ ਦੀ ਕਦਰ ਕਰਦੇ ਸੀ। ਵਜ਼ੀਰ ਨੇ ਟਾਲਾ ਵੱਟ ਛੱਡਣਾ, ਫੇਰ ਰਾਜੇ ਨੇ ਕਹਿਣਾ। ਇੱਕ ਦਿਨ ਵਜ਼ੀਰ ਨੇ ਉਹ ਸ਼ਾਹੂਕਾਰ ਨੂੰ ਪੁੱਛਿਆ ਕਿ ਤੇਰੇ ਮਨ 'ਚ ਰਾਜੇ ਪ੍ਰਤੀ ਕੋਈ ਬੁਰਾ ਭਾਵ ਨਹੀਂ ਹੈ? ਕਿਉਂ ਦਿਲ ਦਾ ਦਿਲ ਸਾਖੀ ਹੁੰਦਾ? ਕਹਿੰਦਾ ਨਹੀਂ ਜੀ। ਕਹਿੰਦੇ ਸੱਚ ਦੱਸ, ਮੈਨੂੰ ਹੁਕਮ ਹੋ ਗਿਆ ਤੇਰੀ ਇਮਾਰਤ ਢਾਉਣ ਦਾ, ਫੇਰ ਦੋਸ਼ ਨਾ ਲਾਈ ਮੇਰੇ ਤੇ, ਸੱਚ ਦੱਸ। ਉਹ ਕਹਿੰਦਾ ਜੀ ਰਾਜਾ ਹੋ ਗਿਆ ਸੀ ਬਿਮਾਰ, ਹਾਲਤ ਐਸੀ ਵੀ ਰਾਜੇ ਨੇ ਬਚਣਾ ਨਹੀਂ, ਤੇ ਮੈਂ ਚੰਨਣ ਖਰੀਦ ਕੇ ਰੱਖ ਲਿਆ। ਤੇ ਜਦੋਂ ਰਾਜਾ ਮਰੇਗਾ ਤੇ ਉਹ ਚੰਨਣ ਦੀ ਚਿਖਾ ਰਾਜੇ ਲੋਕਾਂ ਲਈ ਚਿਣਦੇ ਆ, ਮੇਰਾ ਚੰਨਣ ਵਿਕ ਜੂ, ਮਾਇਆ ਬਹੁਤ ਮਿਲ ਜੂਗੀ। ਰਾਜਾ ਰਾਜੀ ਹੋ ਗਿਆ ਤੇ ਮੈਂ ਰੋਜ਼ ਅਰਦਾਸ ਕਰਨੀ, ਰਾਜਾ ਮਰ ਜਾ, ਮੇਰਾ ਚੰਨਣ ਵਿਕ ਜਾਏ। ਕਹਿੰਦੇ ਵੀ ਤੂੰ ਰਾਜੇ ਲਈ ਬੁਰਾ ਚਿੱਤ ਵਧਾਉਣਾ, ਮਨ ਦਾ ਮਨ ਸਾਖੀ ਹੈ। ਫਰਕਾ ਬੁਰਾ ਨਾ ਰਾਖੋ ਚੀਤ, ਤੈਨੂੰ ਕੋ ਦੁੱਖ ਨਹੀਂ ਭਾਈ, ਮੀ ਤੂੰ ਮਾਇਆ ਵਾਸਤੇ ਅਰਦਾਸਾਂ ਕਰਦਾ ਤੇ ਹੁਣ ਤੂੰ ਇਹ ਨਹੀਂ ਕਰਨਾ, ਰਾਜੇ ਦੀ ਚਿਰੰਜੀਵ ਦੀ ਅਰਦਾਸ ਕਰ। ਉਹ ਜਦੋਂ ਲੰਘੇ, ਹੁਣ ਰਾਜੇ ਦਾ ਵੀ ਮਨ, ਕਹਿੰਦੇ ਵਜ਼ੀਰ ਐਵੇਂ ਮੈਂ ਕਹਿ ਬੈਠਾ, ਪਤਾ ਨਹੀਂ ਕਿੰਨੇ ਮਿਹਨਤ ਨਾਲ ਬਣਾਈ ਹੈ, ਹੁਣ ਨਾ ਢਾਇਓ। ਗੱਜ ਕੇ ਬੋਲੋ ਵਾਹਿਗੁਰੂ। ਇਹ ਮਾਇਆ ਇਸ ਤਰ੍ਹਾਂ ਦੇ ਭਾਵ ਵੀ ਪੈਦਾ ਕਰ ਦਿੰਦੀ। ਸੋ ਇਸ ਵਾਸਤੇ ਭਗਤ ਜੀ ਕਹਿੰਦੇ ਆ, ਹੇ ਗੁਸਾਈਂ ਸੰਸਾਰ ਦੇ ਮਾਲਕ, ਇਸ ਮਾਇਆ ਨੇ ਆਪਣਾ ਪ੍ਰਭਾਵ ਪਾ ਕੇ ਤੇਰੇ ਚਰਨਾਂ ਦੀ ਪ੍ਰੀਤੀ ਵੱਲੋਂ ਸਾਨੂੰ ਇਹਨ ਭੁਲਾ ਦਿੱਤਾ ਹੈ। ਕਿੰਚਤ ਪ੍ਰੀਤ ਨਾ ਉਪਜੈ ਜਨ ਕਾਉ, ਇਹ ਕਿੰਚਤ ਥੋੜਾ ਮਾਤਰ ਵੀ ਜਨਾਂ ਦੇ ਹਿਰਦੇ ਵਿੱਚ ਤੇਰੇ ਚਰਨਾਂ ਦੀ ਜਿਹੜੀ ਪ੍ਰੀਤੀ ਹੈ ਉਸ ਨੂੰ ਪੈਦਾ ਨਹੀਂ ਹੋਣ ਦਿੰਦੀ ਹੈ। ਜਨ ਕਹਾ ਕਰਹਿ ਬੇਚਾਰੇ, ਇਹ ਜਨ ਵਿਚਾਰੇ ਕੀ ਕਰ ਸਕਦੇ ਆ ਜਿਹਦੇ ਤੂੰ ਮਾਇਆ ਦਾ ਪ੍ਰਭਾਵ ਪਾ ਦੇਣਾ। ਮਲਤਾਨੀ ਰਾਮ ਤੇ ਗੁਰੂ ਨਾਨਕ ਸਾਹਿਬ ਦੀ ਮਾਇਆ ਪਈ ਸੀ। ਹੋਰ ਵੀ ਬੜੇ ਪ੍ਰਸੰਗ ਜੈਮਨੀ ਰਿਸ਼ੀ ਤੇ ਪੈ ਗਈ ਸੀ। ਇਸ ਕਰਕੇ ਕਹਿੰਦੇ ਹਨ ਇਹ ਮਾਇਆ ਐਸੀ ਹੈ। ਦਾਤੂ ਜੀ ਕਹਿਣ ਲੱਗੇ, ਮਹਾਰਾਜ ਤੁਸੀਂ ਗੁਰਤਾ ਗੱਦੀ ਸੇਵਕ ਨੂੰ ਦੇ ਦਿੱਤੀ ਹੈ, ਅਸੀਂ ਵੀ ਤੁਹਾਡੇ ਸਾਹਿਬਜ਼ਾਦੇ ਸੀ, ਮਾਇਆ ਬਿਨਾਂ ਸਾਡਾ ਗੁਜ਼ਾਰਾ ਕਿਵੇਂ ਹੋਏਗਾ, ਸਾਨੂੰ ਕੌਣ ਪੂਜੇਗਾ। ਮਹਾਰਾਜ ਕਹਿੰਦੇ ਜੇ ਤੈਨੂੰ ਗੱਦੀ ਦੇ ਦਿੰਦੇ। ਇਹ ਕਹਿੰਦੇ ਮਹਾਰਾਜ ਦੁਨੀਆ ਸਾਨੂੰ ਬਹੁਤ ਮਾਇਆ ਮੱਥੇ ਟੇਕਦੀ। ਕਹਿੰਦੇ ਅੱਛਾ ਮਾਇਆ ਹੀ ਚਾਹੀਦੀ ਹੈ। ਉਹ ਮਹਾਰਾਜ ਨੇ ਚਾਂਦੀ ਦੇ ਰੁਪਏ ਸੁੱਟ ਦਿੱਤੇ। ਕਹਿੰਦੇ ਲੈ ਗਿਣ ਲਾ। ਹੁਣ ਇਹ ਗੁਰੂ ਨਾਨਕ ਦਾ ਖਜ਼ਾਨਾ ਕੌਣ ਗਿਣੇ? ਜਿਉਂ ਗਿਣ ਲਗਾ ਉਹ ਮੁੱਕੇ ਨਾ। ਉਹ ਚਾਂਦੀ ਦੇ ਵਿੱਚੋਂ ਕੁਝ ਕਾਲਕ ਜਿਹੀ ਨਿਕਲਦੀ ਹੁੰਦੀ ਹੈ, ਹੱਥ ਕਾਲੇ ਹੋ ਗਿਆ, ਖਾ ਜਾਵੇ ਮੂੰਹ ਤੇ ਫੇਰ ਲੈ। ਕਹਿੰਦੇ ਮਹਾਰਾਜ ਤਾਂ ਮੁੱਕਦੀ ਨਹੀਂ। ਕਹਿੰਦੇ ਜਾ ਸ਼ੀਸ਼ੇ 'ਚ ਚਿਹਰਾ ਦੇਖ। ਉਹ ਦੇਖਿਆ ਤੇ ਹੱਥ ਵੀ ਕਾਲੇ, ਕੱਪੜਿਆਂ ਨੂੰ ਵੀ, ਮੂੰਹ ਨੂੰ ਵੀ ਕਾਲਕ। ਕਹਿੰਦੇ ਮਹਾਰਾਜ ਕਾਲਕ? ਕਹਿੰਦੇ ਮਾਇਆ ਦਾ ਮੋਹ ਮੂੰਹ ਸਿਰ ਕਾਲਾ ਹੀ ਕਰਦਾ ਹੁੰਦਾ। ਦਾਤੂ ਇਹ ਨਾਮ ਜਿਹੜਾ ਇਹ ਸ਼ੁੱਧੀ ਕਰਦਾ। ਇਸ ਵਾਸਤੇ ਭਗਤ ਜੀ ਦੱਸ ਰਹੇ ਹਨ। ਰਹਾਉ ਪਿਛਲੀ ਪੰਕਤੀ ਫੇਰ ਪੜੋ। ਕਿੰਚਤ ਪ੍ਰੀਤ ਨ ਉਪਜੈ ਜਨ ਕਾਉ, ਇਹ ਜਨਾਂ ਦੇ ਹਿਰਦੇ ਕਿੰਚਤ ਥੋੜਾ ਮਾਤਰ ਵੀ ਪਿਆਰ ਨਹੀਂ ਪੈਦਾ ਹੋਣ ਦਿੰਦੀ ਹੈ। ਜਨ ਕਹਾ ਕਰਹਿ ਬੇਚਾਰੇ, ਇਹ ਵਿਚਾਰੇ ਜੀਵ ਕੀ ਕਰ ਸਕਦੇ ਆ। ਇਹ ਸੱਚੇ ਪਾਤਸ਼ਾਹ ਤੁਸੀਂ ਆਪ ਹੀ ਕਿਰਪਾ ਕਰੋ, ਫਿਰ ਇਹਦਾ ਮੋਹ, ਇਹਦੀ ਮਮਤਾ ਤਿਆਗੀ ਜਾਂਦੀ ਹੈ। ਰਹਾਉ
ਵਿਸਰਾਮ ਦੇ ਕੇ ਭਗਤ ਜੀ ਕਿਰਪਾਲਤਾ ਕਰਦੇ ਹਨ। ਤ੍ਰਿਗ ਤਨ ਤ੍ਰਿਗ ਧਨ ਤ੍ਰਿਗ ਇਹ ਮਾਇਆ। ਕਹਿੰਦੇ ਤ੍ਰਿਗ ਧਨ, ਇਹ ਸਰੀਰ ਨੂੰ ਵੀ ਧਰਕਾਰਿਆ। ਜੇ ਇਹਦੇ ਦੁਆਰਾ ਕੋਈ ਸੇਵਾ ਪਰਉਪਕਾਰ ਸਤਸੰਗਤ ਨਹੀਂ ਕੀਤੀ, ਉਸ ਮਾਇਆ ਨੂੰ ਵੀ ਧਰਕਾਰਿਆ ਜਿਹੜੀ ਮਾਇਆ ਸੇਵਾ ਵਿੱਚ ਨਹੀਂ ਲੱਗੀ। ਉਹ ਜਿਸ ਤਰ੍ਹਾਂ ਕੋਈ ਸੂਮ ਸੀ, ਉਹ ਮਾਇਆ ਗਾਗਰ 'ਚ ਪਾ ਪਾ ਕੇ ਰੱਖੀ ਗਿਆ, ਨਾ ਆਪੇ ਵਰਤੀ ਨਾ ਕੋਈ ਪਰਉਪਕਾਰ ਵਾਸਤੇ ਵਰਤੀ। ਜਦੋਂ ਮਰ ਗਿਆ, ਉਹਦਾ ਧੀਆ ਪੁੱਤ ਕੋਈ ਹੈ ਨਾ ਸੀ। ਜਿਹੜੀ ਇਸ ਤਰ੍ਹਾਂ ਦੀ ਚੀਜ਼ ਹੋਵੇ ਉਹ ਸਰਕਾਰੀ ਖਜ਼ਾਨੇ 'ਚ ਜਮ੍ਹਾਂ ਹੋ ਜਾਂਦੀ ਹੈ। ਉਹ ਗਾਗਰ ਰਾਜੇ ਨੂੰ ਭੇਟ ਕਰਤੀ। ਰਾਜਾ ਧਰਮੀ ਸੀ, ਲਾਲਚੀ ਨਹੀਂ ਸੀ। ਅੱਜ ਕੱਲ੍ਹ ਤਾਂ ਹੁਣ ਇਹਨਾਂ ਰਾਜਨੀਤਾਂ ਦਾ ਹਾਲ ਹਵਾਲ ਤੁਹਾਡੇ ਸਾਹਮਣੇ ਹੀ ਹੈ। ਜੰਮ ਬਣੇ ਬੈਠੇ, ਚਿਚੜ ਬਣੇ ਬੈਠੇ, ਜੋਕਾਂ ਬਣ ਕੇ ਪਰਜਾ ਨੂੰ ਚਿੰਬੜੇ ਬੈਠੇ। ਪਰ ਉਹ ਧਰਮੀ ਲੋਕ ਸੀਗੇ। ਉਹ ਕਹਿੰਦੇ ਮਾਇਆ ਇਹ ਆਧਾਰ ਦੀ ਹੈ ਕਿ ਸੂਮ ਦੀ ਹੈ? ਕਹਿੰਦੇ ਜੀ ਸੂਮ ਦੀ ਹੈ। ਕਹਿੰਦੇ ਫਿਰ ਇਹ ਰੋੜ ਦਿਓ ਦਰਿਆ ਵਿੱਚ, ਮੈਨੂੰ ਨਹੀਂ ਚਾਹੀਦੀ। ਉਹ ਰੋੜ ਦਿੱਤੀ, ਰੁੜੀ ਜਾਂਦੀ, ਤਰਦੀ ਜਾਂਦੀ ਗਾਗਰ। ਕਿਸੇ ਨੂੰ ਲੋਭ ਆਇਆ ਤੇ ਉਹ ਮਾਇਆ ਜੋ ਕਹਿੰਦੇ ਹੱਥ ਨਿਕਲਿਆ, ਫੜ ਲਿਆ। ਕਹਿੰਦੇ ਭਾਈ ਤੂੰ ਇਹ ਚੱਕਣ ਲੱਗਾ, ਇਹ ਤਾਂ ਸੂਮ ਦੀ ਮਾਈ ਚ ਪਾਓ, ਹੋਰ ਦਿਓ, ਕੱਢੋ ਨਾ। ਗੱਜ ਕੇ ਬੋਲੋ ਵਾਹਿਗੁਰੂ। ਕਿਉਂਕਿ ਕੋਟ ਜੋਰ ਹੈ, ਲਾਖ ਕਰੋੜ ਹੈ, ਮਨ ਨਾ ਹੋ ਰਿਹਾ, ਪਰੈ ਪਰੈ ਹੀ ਕੋ ਲੁਝੀਏ। ਜਿੰਨੀ ਆਈ ਜਾਂਦੀ ਹੈ ਉਨਾ ਲਾਲਚ ਹੋਰ ਵਧੀ ਜਾਂਦਾ। ਅੱਗ ਜਿੰਨੀਆਂ ਲੱਕੜਾਂ ਪਾਓ ਉਹਨੇ ਭਾਂਬੜ ਮਚਦਾ। ਇਹ ਤ੍ਰਿਸ਼ਨਾ ਦੀ ਅੱਗ ਐਸੀ ਹੈ, ਕਿੰਨੇ ਮਾਇਆ ਪਦਾਰਥ ਮਿਲ ਜਾਣ। ਬਸੰਤ ਸਵਰਗ ਲੋਕ ਹੈ, ਜਿੱਤੇ ਪ੍ਰਿਥਵੀ ਨਵ ਖੰਡਨ ਹੈ। ਵਿਸਰਾਂਤ ਹਰ ਗੋਪਾਲ ਹੈ, ਨਾਨਕ ਤੇ ਪ੍ਰਾਣੀ ਉਦਿਆਨ ਭਰਮ। ਇਸ ਵਾਸਤੇ ਮਹਾਰਾਜ ਸਮੱਤ ਦਿੰਦੇ ਆ, ਜਨ ਵਿਚਾਰੇ ਕੀ ਕਰ ਸਕਦੇ ਹਨ। ਤ੍ਰਿਗ ਤਨ ਤ੍ਰਿਗ ਧਨ ਤ੍ਰਿਗ ਇਹ ਮਾਇਆ। ਉਹ ਸਰੀਰ ਵੀ ਜਿਹੜਾ ਸੇਵਾ ਤੋਂ ਬਿਨਾਂ ਧਰਕਾਰ ਹੈ, ਉਸ ਮਾਇਆ ਨੂੰ ਵੀ ਧਰਕਾਰ ਹੈ, ਉਸ ਬੁੱਧੀ ਨੂੰ ਵੀ ਧਰਕਾਰ ਹੈ, ਜਿਹੜੀ ਹਰ ਵੇਲੇ ਲੋਕਾਂ ਤੋਂ ਛਲਵਲ ਨਾਲ ਮਾਇਆ ਇਕੱਠੀ ਕਰਨ 'ਚ ਲੱਗੀ। ਆ ਹੁਣ ਜਿਹੜੇ ਚਿੱਟਾ ਚੁੱਟਾ ਵੇਚਦੇ ਆ, 1 ਗ੍ਰਾਮ 4-4 ਹਜ਼ਾਰ ਦਾ ਹੁੰਦਾ, ਤੇ ਜੇ ਇੱਕ ਵਾਰੀ ਇੱਕ ਦਿਨ 'ਚ ਵਰਤ ਲਿਆ 4000, ਮਹੀਨੇ ਦਾ 1,20,000 ਬਣ ਗਿਆ। ਇਹ ਲਾ ਲਓ ਕਿ ਉਹ ਪਰਿਵਾਰ ਬਸੂਗਾ। ਉਹ ਦੇਸ਼ ਵਿੱਚ ਨੌਜਵਾਨਾਂ 'ਚ ਬਿਮਾਰੀ ਆ ਗਈ, ਕੀ ਹਾਲ ਹੋਏਗਾ। ਉਨੀ ਦਾ ਮਾਇਆ ਕਮਾ ਲਈ, ਪਰ ਸਾਰੀ ਜਨਰੇਸ਼ਨ ਤਬਾਹ ਕਰ ਦਿੱਤੀ। ਇਸ ਵਾਸਤੇ ਉਹ ਮਾਇਆ ਨੂੰ ਵੀ ਧਰਕਾਰ ਹੈ, ਜਿਹੜੀ ਧਰਮ ਅਰਥ ਨਹੀਂ ਲੱਗਦੀ। ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ ਜੇ ਉਹ ਦਰਵਾਜ਼ੇ ਲਿਆਂਦੇ, ਜਿਹੜਾ ਗਜਨਵੀ ਲੈ ਗਿਆ ਸੀ, ਲਾਓ ਦਰਬਾਰ ਸਾਹਿਬ, ਪੋਤੇ ਦਾ ਸਿਹਰਾ ਚੜਾਓ ਦਰਬਾਰ ਸਾਹਿਬ, ਸੋਨਾ ਆਇਆ ਲਾਓ ਦਰਬਾਰ ਸਾਹਿਬ, ਚਾਨਣੀ ਆਈ ਇਹ ਗੁਰੂ ਰਾਮਦਾਸ ਸਾਹਿਬ ਦੇ ਦਰਬਾਰ 'ਚ ਲਾਓ। ਜਿਨ੍ਹਾਂ ਨੂੰ ਮਹਾਰਾਜ ਨੇ ਸਮੱਤ ਬਖਸ਼ੀ ਹੈ। ਭਾਈ ਜਗਤਾ ਜੀ ਦਰਸ਼ਨ ਕਰਕੇ ਜਾ ਰਹੇ ਸੀ, ਉਧਰੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਆ ਰਹੇ ਸੀ। ਪੁੱਛਿਆ ਇਹ ਹੰਸ, ਇਹ ਮਹਾਂਪੁਰਖ ਕੌਣ ਹਨ? ਕਹਿੰਦੇ ਮਹਾਰਾਜ ਭਾਈ ਜਗਤਾ ਜੀ ਮਹਾਂਪੁਰਖ ਹੈ, ਨਾਂ ਸੁਣਿਆ ਸੀ, ਬੜੇ ਪ੍ਰਭਾਵਿਤ ਹੋਏ, ਉਹਨਾਂ ਦੀ ਬੜੀ ਮਹਿਮਾ ਸੁਣੀ ਸੀ, ਪਰਉਪਕਾਰਾਂ ਦੀ, ਸੇਵਾ ਦੀ, ਲੰਗਰਾਂ ਦੀ। ਮਹਾਰਾਜਾ ਰਣਜੀਤ ਸਿੰਘ ਜੀ ਨੇ
ਇੱਕ ਸੋਨੇ ਦੀ ਬਰਾਗਣ ਜਿਹਦੇ 'ਚ ਹੀਰੇ ਜਵਾਹਰਾਤ ਜੜੇ ਹੋਏ ਸੀ, ਭਾਈ ਜਗਤਾ ਜੀ ਨੂੰ ਭੇਟ ਕੀਤੀ। ਮਹਾਰਾਜ ਅੱਗੇ ਨਮਸਕਾਰ ਕਰਨ ਚਲੇ ਗਏ। ਭਾਈ ਜਗਤਾ ਜੀ ਵਾਪਸ ਜਾ ਰਹੇ ਸੀ। ਉਹਨਾਂ ਨੂੰ ਇੱਕ ਨਾਂਗਾ ਸਾਧ ਮਿਲ ਗਿਆ, ਪਿੰਡੇ ਨੂੰ ਭਭੂਤਾ ਮਲਿਆ ਹੋਇਆ ਸੀ। ਕਹਿਣ ਲੱਗਾ, ਮਹਾਰਾਜ ਤੁਸੀਂ ਤਾਂ ਗੁਰੂ ਨਾਨਕ ਪੰਥੀ ਸੰਤ ਆ, ਤੁਹਾਡਾ ਮਿਸ਼ਨ ਤਾਂ ਜ਼ਿਆਦਾ ਸੇਵਾ ਸਿਮਰਨ ਦਾ ਆ। ਅਸੀਂ ਜਿਹੜੇ ਜੋਗੀ ਲੋਕ ਆ, ਯੋਗਾ ਅਭਿਆਸ ਕਰਦੇ ਹਾਂ, ਸਮਾਧੀਆਂ ਲਾਉਂਦੇ ਹਾਂ, ਜਿਹੜੇ ਲੱਖ ਜਾਂ ਕੰਗਰੋੜ ਥੱਕ ਜਾਂਦੀ ਹੈ, ਅਸੀਂ ਬਰਾਗਣ ਦਾ ਸਹਾਰਾ ਲੈ ਕੇ ਭਜਨ ਕਰਦੇ ਹਾਂ। ਇਹ ਬਰਾਗਣ ਮੈਨੂੰ ਦੇ ਦਿਓ। ਹੁਣ ਭਾਈ ਜਗਤਾ ਜੀ ਤਾਂ ਇਹਨਾਂ ਗੱਲਾਂ ਤੋਂ ਉੱਪਰ ਉੱਠੇ ਹੋਏ ਸੀ, ਜੜ ਚੇਤਨ ਮਾਇਆ ਤੋਂ। ਉਹਨੇ ਉਹ ਨਾਂਗੇ ਨੂੰ ਪਕੜਾ ਦਿੱਤੀ। ਸੇਵਾਦਾਰ ਕਹਿੰਦੇ, ਮਹਾਰਾਜ ਤੁਸੀਂ ਕੀ ਕੀਤਾ? ਨਾ ਤਾਂ ਸ਼ੇਰੇ ਪੰਜਾਬ ਮਹਾਰਾਜ ਰਣਜੀਤ ਸਿੰਘ ਰੋਜ਼ ਮਿਲਣ, ਤੇ ਨਾ ਐਡੀ ਕੀਮਤੀ ਬਰਾਗਣ ਮਿਲਦੀ। ਇਹਨੂੰ ਵੇਚ ਕੇ ਆਪਾਂ ਡੇਰਾ ਚੰਗਾ ਬਣਾਉਂਦੇ, ਲੰਗਰ ਚੰਗਾ ਚਲਾਉਂਦੇ, ਹੋਰ ਸੁੱਖ ਸੁਵਿਧਾ ਬਣਾਉਂਦੇ। ਤੁਸੀਂ ਨਾਂਗੇ ਨੂੰ ਫੜਾ ਦਿੱਤੀ। ਭਾਈ ਜਗਤਾ ਜੀ ਕਹਿੰਦੇ, ਕਾਣਾ ਮੇਰੇ ਗਲ ਵਿੱਚ ਦਮੂਹੀ ਸੱਪਣੀ ਪਾ ਗਿਆ ਸੀ, ਮੈਂ ਨਾਂਗੇ ਦੇ ਗਲ 'ਚ ਪਾਤੀ ਹੈ। ਗੱਜ ਕੇ ਬੋਲੋ ਵਾਹਿਗੁਰੂ। ਕਹਿੰਦੇ, ਮੈਂ ਨਾਂਗੇ ਦੇ ਗਲ 'ਚ ਪਾਤੀ, ਇਹ ਦਮੂਹੀ ਸੱਪਣੀ ਮੇਰੇ ਗਲ ਪਾ ਗਿਆ ਸੀ, ਨੇ ਸਿਆਪਾ ਹੀ ਪੈਦਾ ਕਰਨਾ ਸੀ। ਉਹ ਜਿਹੜੇ ਮਹਾਂਪੁਰਖ ਇਹਨਾਂ ਅਵਸਥਾ ਤੋਂ ਉੱਪਰ ਟੱਪੇ ਹੋਇਆ ਜੜ ਚੇਤਨ ਮਾਇਆ ਦੇ ਭਾਵ ਤੋਂ ਸਤਿਗੁਰ ਸੱਚੇ ਪਾਤਸ਼ਾਹ ਦੀ ਬਾਣੀ ਦੁਆਰਾ ਕਬੀਰ ਸਾਹਿਬ ਜੀ ਇਹ ਗੁਰਮਤਿ ਵਿਚਾਰ ਦੇ ਰਹੇ ਹਨ। ਤ੍ਰਿਗ ਤ੍ਰਿਗ ਮਤ ਬੁੱਧ ਫੰਨੀ। ਉਹਨਾਂ ਦੀ ਮਤ ਤੇ ਬੁੱਧੀ ਇਹਨੂੰ ਵੀ ਤਰਕਾਰ ਆ। ਫੰਨੀ ਮੈਨੇ ਇਹ ਮਾਇਆ ਫਨਾਹ ਹੋ ਜਾਣ ਵਾਲੀ ਹੈ, ਧੋਖਾ ਦੇਣ ਵਾਲੀ, ਫੰਦ ਫਾਹੇ 'ਚ ਫਸਾਉਣ ਵਾਲੀ ਹੈ। ਇਸ ਮਾਇਆ ਕਉ ਦ੍ਰਿੜ ਕਰ ਰੱਖੋ। ਇਹ ਜਿੰਨੇ ਵੀ ਜੀਵ ਆ, ਇਹ ਮਾਇਆ ਨੂੰ ਬੜਾ ਦ੍ਰਿੜ ਪੱਕਾ ਕਰ ਕਰਕੇ ਰੱਖਦੇ, ਲੁਕੋ ਲੁਕੋ ਕੇ ਰੱਖਦੇ ਆ ਕਿ ਦੂਏ ਨੂੰ ਪਤਾ ਨਾ ਲੱਗ ਜਾਏ। ਉਹ ਜਿਵੇਂ ਕੋਈ ਸ਼ਾਹੂਕਾਰ ਸੀ, ਉਸ ਨੇ ਮਕਾਨ ਦੇ ਵਿੱਚ ਇੱਕ ਥੰਮ ਬਣਾਇਆ, ਉਹਦੇ ਵਿੱਚ ਪੋਲ ਰੱਖ ਕੇ ਮਾਇਆ ਰੱਖੀ ਹੋਈ ਸੀ। ਬੜਾ ਚੀਪੜ ਸੀ, ਬੜਾ ਸੂਮ ਸੀ। ਕੋਈ ਤੀਰਥ ਯਾਤਰਾ, ਕੋਈ ਪੁੰਨਦਾਨ, ਕੋਈ ਸੇਵਾ, ਕੋਈ ਲੰਗਰ ਭੰਡਾਰਾ, ਕੋਈ ਲੰਗੜਿਆਂ ਲੂਲਿਆਂ ਪਿੰਗਲਾਂ, ਰੋਗੀਆਂ ਬਜ਼ੁਰਗਾਂ ਦੀ, ਯਤੀਮਾਂ ਦੀ, ਵਿਦਿਆਰਥੀਆਂ ਦੀ ਸੇਵਾ ਨਹੀਂ ਲਾਈ। ਅੰਤ ਮੌਤ ਦਾ ਸਮਾਂ ਆ ਗਿਆ ਔਰ ਬੜਾ ਦੁਖੀ ਹੈ। ਉਹ ਥੰਮ ਵੱਲ ਨੂੰ ਹੈ ਉਹ ਹੱਥ ਕਰਦਾ ਵੀ ਚੋਂ ਮਾਇਆ ਕੱਢ ਕੇ ਮੇਰੇ ਨਿਮਿਤ ਕੋਈ ਪੁੰਨਦਾਨ ਕਰੋ, ਮੇਰੀ ਸਹਾਇਤਾ ਹੋਵੇ। ਉਹ ਹੁਣ ਬਾਣੀਆਂ ਦੇ ਜਿਹੜੇ ਗਾਂ ਬੱਚੇ ਸੀ, ਨਹਿਲੇ ਤੇ ਦਹਿਲੇ ਹੁੰਦੇ ਆ, ਉਹ ਕਹਿੰਦੇ ਬੁੜੇ ਨੇ ਤਾਂ ਮਰੇ ਹੀ ਜਾਣਾ, ਆਪਾਂ ਕਾਹਲੇ ਖਰਚਣੀ ਆ। ਉਹ ਰਿਸ਼ਤੇਦਾਰ ਆਉਣ ਤੇ ਤੁਹਾਡਾ ਬਾਪੂ ਐਂ ਥੰਮ ਵੱਲ ਨੂੰ ਹੱਥ ਕਰੀ ਜਾਂਦਾ, ਥੰਮ ਸਾਹਿਬ ਵੱਲ ਨੂੰ, ਇਹ ਕੀ ਗੱਲ ਆ? ਉਹ ਕਹਿੰਦੇ ਜੀ ਬਾਪੂ ਕਹਿੰਦਾ ਮੈਂ ਸਾਰੀ ਮਾਇਆ ਇੱਟਾਂ ਬੱਟਿਆਂ ਸੀਮਿੰਟ ਚੂਨਿਆਂ ਤੇ ਲਾਤੀ, ਜੇ ਪੁੰਨਦਾਨ ਕਰਦਾ ਮੇਰੀ ਸਹਾਇਤਾ ਕਰਦੇ। ਉਹ ਪਿਆਰਥਿਆਂ ਵਿਅੰਗ ਕਰਕੇ ਸੁਣਾਈ ਜਾਂਦੇ। ਸੋ ਇਸ ਵਾਸਤੇ ਜਿਹੜਾ ਇਨਸਾਨ ਆ, ਇਹ ਧਰਮ ਅਰਥ ਨੇਕੀ ਵਾਲਾ ਪਰਉਪਕਾਰ ਵੱਲ ਨਹੀਂ ਖਰਚਦਾ, ਤੇ ਜਿਹੜੇ ਪਰਉਪਕਾਰ ਵੱਲ ਖਰਚਦੇ ਆ ਉਹ ਮਾਇਆ ਵੱਧਦੀ ਹੈ, ਘਟਦੀ ਨਹੀਂ। ਕਹਿੰਦੇ ਨਾ ਚਿੜੀ ਚੂੰਝ ਪਰ ਲੈ ਗਈ, ਕभी ਨਾ ਘਟਿਓ ਨੀਰ, ਦਾਨ ਦੀ ਇਹ ਧਨ ਨਾ ਘਟੈ, ਕਹਿ ਗਏ ਭਗਤ ਕਬੀਰ। ਸੋ ਇਸ ਵਾਸਤੇ ਇਹ ਮਤ ਬੁੱਧੀ ਨੂੰ ਫੰਨੇ ਫਾਹੇ ਵਿੱਚ, ਮੋਹ ਜਾਲ ਵਿੱਚ ਫਸਾ ਦੇਣ ਵਾਲੀ ਹੈ। ਆ ਬੜੇ ਉਪਦਰਵੀ ਦੇ ਪਿੱਛੇ ਹੁੰਦਾ, ਰੋਜ਼ ਤੁਸੀਂ ਅਖਬਾਰਾਂ ਪੜ੍ਹੋ, ਇਸ ਤਰ੍ਹਾਂ ਕਤਲੋਗਾਰਤ ਇਹ ਮਾਇਆ ਪਿੱਛੇ, ਦੇਸਾਂ ਰਾਜਾਂ ਦੇ ਝਗੜੇ, ਇਹ ਮਾਇਆ ਰਾਜ ਸਮਾਜ ਵਾਸਤੇ ਦੇ ਲੋਕ ਕਹਿ ਰਹੇ ਪਾਂਡਵਾਂ ਦਾ ਯੁੱਧ ਹੋਇਆ ਔਰ ਰਾਵਣ ਦਾ ਚੇਤਨ ਮਾਇਆ ਵਾਸਤੇ ਕਿੰਨੀ ਲੰਕਾ ਤਬਾਹ ਹੋਈ ਹੈ। ਇਸ ਵਾਸਤੇ ਜੜ ਔਰ ਚੇਤਨ ਦੇ ਰੂਪ ਵਿੱਚ ਜੇ ਇਤਿਹਾਸ ਪੁਰਾਣੇ ਜਾਂ ਨਵੀਨ ਪੜ੍ਹੀਏ, ਬਹੁਤ ਪ੍ਰਸੰਗ ਮਿਲਦੇ ਆ
ਇਹਦੇ ਪਿੱਛੇ ਕਿਹੜੇ ਉਪਦਰਵ ਕਿੱਡੇ ਕਿੱਡੇ ਝਗੜੇ ਹੁੰਦੇ ਆ। ਉਹ ਜਿਵੇਂ ਕੋਈ ਰਾਜਾ ਸੀ, ਉਹ ਵਜ਼ੀਰ ਨੂੰ ਕਹਿਣ ਲੱਗਾ ਕਿ ਲੋਭ ਦਾ ਬਾਪ ਕੌਣ ਆ। ਉਹਨੂੰ ਉਤਰਨਾ ਆਇਆ, 8 ਦਿਨ ਦੀ ਮੋਹਲਤ ਦਿੱਤੀ। ਬੜਾ ਪਰੇਸ਼ਾਨ। ਕਿਸੇ ਨੇ ਦੱਸਿਆ ਵੀ ਇੱਕ ਭੇਡਾਂ ਚਾਰਨ ਵਾਲਾ ਚਰਵਾਹਾ ਹੈ, ਉਹ ਬੜਾ ਭਜਨੀਕ ਹੈ, ਸੰਤਾਂ ਦਾ, ਵਿਦਵਾਨ ਪੁਰਸ਼ਾਂ ਦਾ ਸਤਸੰਗੀ ਹੈ ਤਾਂ ਗਰੀਬ, ਪਰ ਉਹ ਉੱਤਰ ਦੇ ਦੇਵੇਗਾ। ਵਜ਼ੀਰ ਉੱਥੇ ਚਲ ਗਿਆ ਚੋਰੀ ਛਪੋਰੀ ਤੇ ਮਹਾਰਾਜ ਮੇਰੀ ਮਨਿਸਟਰੀ ਬਣੀ ਹੋਈ ਹੈ, ਮਾਇਆ ਪਦਾਰਥਾਂ ਦੀ ਲਹਿਬਰ ਸ਼ਹਿਬਰ ਹੈ। ਰਾਜੇ ਨੇ ਪ੍ਰਸ਼ਨ ਕੀਤਾ, ਉੱਤਰ ਨਾ ਦਿੱਤਾ। ਮੇਰਾ ਖਾਣ ਬੱਚਾ ਪੀੜਿਆ ਜਾਣਾ ਹੈ, ਕਿਰਪਾ ਕਰੋ। ਕਹਿੰਦੇ ਉੱਤਰ ਤਾਂ ਦੇ ਦਿਆਂਗਾ, ਤੁਹਾਨੂੰ ਭੇਡ ਦਾ ਦੁੱਧ ਪੀਣਾ ਪਏਗਾ। ਕਹਿੰਦਾ ਇਹ ਤਾਂ ਔਖਾ, ਮੈਂ ਬ੍ਰਾਹਮਣ ਜਾਤੀ ਦਾ ਹਾਂ, ਪੜ੍ਹਿਆ ਲਿਖਿਆ ਵੀ ਬਹੁਤ ਹਾਂ, ਤੇ ਭੇਡ ਤੇ ਗੰਦ ਗੁੰਦ ਖਾ ਲੈਂਦੀ ਹੈ, ਉਹਦਾ ਦੁੱਧ ਪੀਣਾ ਤੇ ਮੁਸ਼ਕਿਲ ਹੈ। ਕਹਿੰਦੇ ਫੇਰ ਉੱਤਰ ਨਹੀਂ ਦਿੰਦਾ। ਇਹ ਕਹਿੰਦਾ ਚਲੋ ਮਾਇਆ ਪਦਾਰਥ ਮਨਿਸਟਰੀ ਬਣੀ ਹੋਈ ਹੈ, ਆਪਾਂ ਪ੍ਰਾਸ਼ਚਿਤ ਕਰ ਲਾਂਗੇ, ਇਹ ਪਾਪ ਦਾ ਪ੍ਰਾਸ਼ਚਿਤ ਕਰ ਲਾਂਗੇ। ਆ ਗਿਆ, ਕਹਿੰਦਾ ਮਹਾਰਾਜ ਦੱਸੋ, ਲਿਆਓ ਦੁੱਧ ਪੀ ਲੈਣਾ। ਉਹ ਕਹਿੰਦੇ ਨਹੀਂ, ਹੁਣ ਇਹ ਦੁੱਧ ਪਹਿਲਾਂ ਮੈਂ ਪੀਵਾਂਗਾ, ਫੇਰ ਪੀਣਾ ਪਊ। ਕਹਿੰਦੇ ਤੇਰੀ ਨੀਚ ਜੋਨੀ ਆ, ਇਹ ਤਾਂ ਮੁਸ਼ਕਿਲ ਹੀ ਹੈ। ਫੇਰ ਮੁੜਿਆ, ਫੇਰ ਆਇਆ, ਚਲੋ ਮਾਇਆ ਪਦਾਰਥ ਮਨਿਸਟਰੀ ਬਣੀ ਆ। ਕਹਿੰਦਾ ਜੀ ਕਿ ਲਿਆਓ ਮੈਂ ਪੀ ਲੈਣਾ, ਦੂਆ ਪ੍ਰਾਸ਼ਚਿਤ ਹੋ ਜੂ। ਕਹਿੰਦੇ ਨਹੀਂ, ਹੁਣ ਮੈਂ ਪੀਵਾਂਗਾ, ਫਿਰ ਮੇਰਾ ਕੁੱਤਾ ਪੀਵੇਗਾ। ਕਹਿੰਦੇ ਇਹ ਤਾਂ ਔਖਾ ਹੈ। ਹਾਂਜੀ, ਫੇਰ ਆ ਗਿਆ, ਪ੍ਰਾਸ਼ਚਿਤ ਤਾਂ ਕਰਨਾ ਹੀ ਆ, ਹੋਰ ਕਰ ਲਾਂਗੇ, ਇਹਦੇ 'ਚ ਕੀ ਹੈ। ਹੁਣ ਫਿਰ ਗੁੱਟ ਫੜ ਲਿਆ। ਕਹਿੰਦੇ ਪਾਪ ਦਾ, ਹਾਂਜੀ, ਬਾਪ ਲੋਭ ਆ। ਲੋਭ ਦੇ ਅਧੀਨ ਹੋਇਆ ਬੰਦਾ ਕਿਹੜੇ ਕਿਹੜੇ ਪਾਪ ਨਹੀਂ ਕਰਦਾ। ਔਰੰਗਜ਼ੇਬ ਨੇ ਪੇ ਨੂੰ ਜੇਲ੍ਹਾਂ 'ਚ ਸੁੱਟਿਆ, ਭੈਣਾਂ ਭਰਾਵਾਂ ਨੂੰ ਮਰਵਾਇਆ, ਸਰਮਦ ਆਦਿਕ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਐਸੇ ਪੈਗੰਬਰਾਂ ਉੱਤੇ ਤਲਵਾਰਾਂ ਚਲਾਈਆਂ। ਮਤੀ ਦਾਸ, ਸਤੀ ਦਾਸ, ਦਿਆਲ ਦਾਸ, ਰਾਜਮਤ, ਮਾਇਆ ਦਾ ਮਦ, ਜਵਾਨੀ ਦਾ ਮਦ, ਉਹ ਧਰਮ ਦਾ ਠੇਕੇਵਾਰ ਮਤਸਬ ਪੁਣੇ ਦੇ ਵਿੱਚ ਕਿਹੜੇ ਕਿਹੜੇ ਪਾਪ ਇਨਸਾਨ ਨਹੀਂ ਕਰਦਾ। ਇਹ ਮਾਇਆ ਪਦਾਰਥਾਂ ਵਾਸਤੇ ਲੋਕਾਂ ਨੇ ਦਰਬਾਰ ਸਾਹਿਬ ਢਾਏ, ਸਰੋਵਰ ਪੂਰੇ, ਗਧਿਆਂ ਦੇ ਗਲ ਪਜਾਲੀਆਂ ਪਾ ਪਾ ਕੇ ਹਲ ਵਾਹੇ। ਕੁਝ ਪਿੱਛੇ ਇਤਿਹਾਸ ਕੋਈ ਤੁਹਾਡੀ ਅੱਖਾਂ ਸਾਹਮਣੇ ਬਹੁਤ ਕੋਈ ਦ੍ਰਿਸ਼ਟਮਾਨ ਹੋ ਚੁੱਕਿਆ। ਇਹ ਮਾਇਆ ਪਦਾਰਥਾਂ ਵਾਸਤੇ ਹੋ ਰਿਹਾ। ਕਿਹੜਾ ਕਿਹੜਾ ਪਾਪ ਆ ਜਿਹੜੇ ਇਨਸਾਨ ਇਹ ਮਾਇਆ ਪਦਾਰਥਾਂ ਵਾਸਤੇ ਨਹੀਂ ਕਰਦੇ। ਇਸ ਵਾਸਤੇ ਕਹਿੰਦੇ ਇਹੋ ਜਿਹੇ ਜਿਹੜੇ ਲੋਕ ਉਹ ਹਰ ਫਰੰਟ ਤੇ ਫੇਲ ਹੋ ਕੇ ਜਾਂਦੇ ਆ, ਉਹਨਾਂ ਦੀ ਮਤ ਬੁੱਧੀ ਜਿਹੜੀ ਹੈ ਉਹ ਵੀ ਸਾਧ ਸੰਗਤ ਜੀ ਇਹ ਮਾਇਆ ਦੇ ਧੋਖੇ 'ਚ ਫਸੀ ਹੋਈ ਹੈ। ਇੱਕ ਦਿਨ ਪਤਾ ਵੀ ਹੈ ਸੰਸਾਰ ਤੋਂ ਚਲੇ ਜਾਣਾ, ਫਿਰ ਵੀ ਮਾਇਆ ਪਦਾਰਥਾਂ ਦੇ ਅਧੀਨ ਹੋ ਕੇ ਐਸਾ ਬੁੱਧੀ ਦੇ ਉੱਤੇ ਕੋਈ ਪਰਦਾ ਪੈ ਜਾਂਦਾ ਹੈ, ਵੱਡੇ ਵੱਡੇ ਪਾਪ ਔਰ ਉਪਦਰਵ ਕਰਦਾ ਹੈ, ਵਿਦੇਸ਼ੀਆਂ ਉੱਤੇ ਵਿਦੋਸ਼ੀਆਂ ਦੇ ਜ਼ੁਲਮ ਕਰਦਾ ਹੈ। ਕਿੰਨੀਆਂ ਲੜਕੀਆਂ ਬੇਵਾ ਹੋ ਜਾਂਦੀਆਂ, ਕਿੰਨੇ ਬੱਚੇ ਯਤੀਮ ਹੋ ਜਾਂਦੇ ਹਨ। ਫਿਰ ਧਰਮ ਨੂੰ ਵੀ ਭੁੱਲ ਜਾਂਦਾ ਹੈ। ਔਰ ਪਰ ਜਿਨ੍ਹਾਂ ਨੇ ਦਰਬਾਰ ਸਾਹਿਬ 'ਤੇ ਕੀਤਾ 151ਵੇਂ ਦਿਨ ਜਿੰਨੀ ਵਾਰੀ ਵੀ ਹੋਇਆ, ਪੂਰੇ 151ਵੇਂ ਦਿਨ ਉਹਨਾਂ ਨੂੰ ਫਲ ਮਿਲ ਗਿਆ। ਪੂਰੇ 151ਵੇਂ ਦਿਨ ਮਹਾਰਾਜ ਦੀ ਕਲਾ ਨੇ ਇਹ ਲੀਲਾ ਕਰਕੇ ਦਿਖਾਈ ਹੈ। ਜਿਹੜੇ ਵੀ ਬੜੇ ਬੜੇ ਪਾਪੀ ਜਿਨੀ ਮਹਾਰਾਜ ਦਰਬਾਰ 'ਤੇ ਅਟੈਕ ਕੀਤੇ ਆ, 152ਵਾਂ ਦਿਨ ਨਹੀਂ ਸੰਸਾਰ 'ਤੇ ਰਹਿ ਸਕੇ। ਸੋ ਇਸ ਵਾਸਤੇ ਕਹਿੰਦੇ ਇਹ ਜਿਹੜੀ ਮਾਇਆ ਇਹ ਧੋਖੇ ਵਿੱਚ ਫਸਾ ਲੈਣ ਵਾਲੀ ਹੈ, ਜੀਵਨ ਨੂੰ ਫਨਾਹ ਫਿਲਾ ਕਰ ਦੇਣ ਵਾਲੀ ਹੈ। ਪਰ ਇਨਸਾਨ ਸਮਝਦਾ ਨਹੀਂ 4 ਦਿਨ ਦੀ ਜ਼ਿੰਦਗੀ ਵਾਸਤੇ ਕੈਸੇ ਕੈਸੇ ਪਾਪ ਔਰ ਉਪਦਰਵ ਕਰਦਾ ਹੈ। ਬੰਦੇ ਆਪ ਬਚਨੀ,
ਇਹ ਸਾਰੀ ਸ੍ਰਿਸ਼ਟੀ ਉਹਦੇ ਬਚਨ ਵਿੱਚ ਇਹ ਬੱਝੀ ਪਈ ਹੈ। ਤਾਕਤ ਤਾਂ ਉਹਦੇ ਹੁਕਮ ਦੀ ਚੱਲਦੀ ਹੈ ਨਾ। ਉਹਦਾ ਹੁਕਮ ਐਸਾ ਹੈ ਕਿ ਇਹ ਸਾਰਾ ਸੰਸਾਰ ਉਸ ਨੇ ਆਪਣੇ ਹੁਕਮ 'ਚ ਪੈਦਾ ਕੀਤਾ, ਹੁਕਮ 'ਚ ਰਹਿ ਰਿਹਾ, ਹੁਕਮ 'ਚ ਕਾਲ ਆ ਰਿਹਾ। ਇਹ ਸਾਰਾ ਸੰਸਾਰ ਉਹਦੇ ਬਚਨਾਂ 'ਚ ਬੱਝਾ ਹੋਇਆ, ਖਲੋਤਾ ਹੋਇਆ। ਨਹੀਂ ਤਾਂ ਐਸੇ ਪਾਪ ਕਿ ਇਸ ਵੇਲੇ ਦੇਖੋ ਹੁਣ ਕੋਈ ਐਸੀ ਬਿਮਾਰੀ ਚੱਲੀ ਹੋਈ ਹੈ, ਲੱਖਾਂ ਲੋਕ ਕਰੋੜਾਂ ਮਰ ਗਏ। ਕਿੰਨੀਆਂ ਲੜਕੀਆਂ ਬੇਵਾ ਹੋਈਆਂ ਹੋਣਗੀਆਂ, ਬੱਚੇ ਯਤੀਮ ਹੋਏ ਹੋਣਗੇ, ਕਿੰਨੇ ਬਿਰਧ। ਪਰ ਉਹਦਾ ਆਪਣਾ ਨਿਜ਼ਾਮ ਹੈ। ਸ੍ਰਿਸ਼ਟੀ ਦੇ ਉੱਤੇ ਪਾਪ ਉਪਦਰਵ ਵੀ ਬਹੁਤ ਹੋ ਰਿਹਾ ਹੈ ਤੇ ਹਾਹਾਕਾਰ ਮੱਛੀ ਹੋਈ ਹੈ। ਸੋ ਇਸ ਵਾਸਤੇ ਮਹਾਰਾਜ ਕਹਿੰਦੇ ਇਹ ਉਹਦੇ ਬਚਨ 'ਚ ਹੀ ਸਾਰਾ ਕੁਝ ਖਲੋਤਾ ਹੋਇਆ ਹੈ। ਉਹ ਸ੍ਰਿਸ਼ਟੀ ਦਾ ਮਾਲਕ। ਇਹ ਮਾਇਆ ਜਿਹੜੀ ਹੈ ਇਹ ਸਾਰਿਆਂ ਨੂੰ ਬੰਚਨ ਕਰਨ ਵਾਲੀ, ਠੱਗ ਜਾਣ ਵਾਲੀ ਹੈ। ਕਿਆ ਖੇਤੀ ਕਿਆ ਲੇਵਾ ਦੇਈ। ਖੇਤੀ, ਇਹ ਖੇਤੀ ਵਿੱਚ ਲਾਭ ਹੋਏਗਾ। ਮਹਾਰਾਜ ਦੇ ਪਿਤਾ ਜੀ ਨੇ ਹੁਕਮ ਲਾਇਆ ਸੀ ਖੇਤੀ, ਮਹਾਰਾਜ ਕਹਿੰਦੇ ਮਾਲਾ ਵਾਲੀ ਕਰਸਾਣੀ ਕਰਨੀ। ਇਹਦੇ ਦੁਆਰਾ ਉਪਦੇਸ਼ ਹੋਇਆ ਸੀ ਤੇ ਵਪਾਰ ਵਾਸਤੇ ਵੀ, ਸੁਦਾਗਰੀ ਵਾਸਤੇ ਵੀ, ਨੌਕਰੀ ਚਾਕਰੀ ਵਾਸਤੇ ਵੀ, ਕਿਉਂਕਿ ਸਮਾਂ ਇਜਾਜ਼ਤ ਨਹੀਂ ਦਿੰਦਾ ਹੈ। ਮਹਾਰਾਜ ਨੂੰ ਵੀ ਆਪਣੇ ਬਚਨਾਂ ਦੁਆਰਾ ਮਹਿਤਾ ਜੀ ਬਣਨਾ ਚਾਹੁੰਦੇ ਸੀ ਨਾ, ਕਿ ਤੁਸੀਂ ਖੇਤੀ ਹੀ ਕਰ ਲਓ। ਖੇਤੀ 'ਚ ਮਨ ਨਹੀਂ ਲੱਗਦਾ, ਫਿਰ ਘੋੜਿਆਂ ਦੀ ਸੁਦਾਗਰੀ ਕਰ ਲਓ, ਵਪਾਰ ਕਰ ਲਓ, ਨੌਕਰੀ ਚਾਕਰੀ ਕਰ ਲਓ, ਤੇ ਮਹਾਰਾਜ ਨੇ ਹੱਟ ਕਰ ਲਓ। ਮਹਾਰਾਜ ਤਾਂ ਜੋ ਦਰਗਾਹੀ ਹੁਕਮ ਸੀ ਉਹੀ ਕਰਨਾ ਸੀ। ਸੋ ਇਸ ਵਾਸਤੇ ਮਹਾਰਾਜ ਕਹਿੰਦੇ ਕਿ ਆਹ ਖੇਤੀ ਹੈ। ਖੇਤੀ ਦੇ ਵਿੱਚ ਜੇ ਕਹੀਏ ਇਹ ਹੈ, ਭਾਈ ਜਗਤਾ ਜੀ ਨੂੰ ਕਹਿੰਦੇ ਕਿ ਮਹਾਰਾਜ ਜੀਵ ਦਾ ਭਲਾ, ਕਹਿੰਦੇ ਧਰਮ ਦੀ ਕਿਰਤ, ਜਪ ਤਪ, ਭੁੱਖ ਪਿਆਸ, ਸਰਦੀ ਗਰਮੀ। ਇੱਕ ਜ਼ਿਮੀਂਦਾਰ ਨੂੰ ਪੁੱਛ ਲਓ, ਇਹਦੇ ਵਰਗੀ ਭੁੱਖ ਤੇ ਪਿਆਸ ਕੌਣ ਝੱਲਦਾ? ਕਿਸਾਨ ਜੀ ਨੇ। ਗਰਮੀ ਸਰਦੀ ਦੇ ਬਰਾਬਰ ਕੌਣ ਝੱਲਦਾ? ਔਰ ਇਹਦੀ ਕਿਰਤ ਵੀ ਬੜੀ ਸ਼ੁੱਧ ਹੈ। ਇਹਨੂੰ ਪੁੱਛੋ ਵੀ ਦਾ ਮਨ ਸ਼ਾਂਤ ਆ? ਕਹਿੰਦੇ ਮਹਾਰਾਜ ਤਕਾਬੀ ਚੱਕੀ ਹੋਈ ਆ, ਪੈਸੇ ਦੇਣੇ ਆ, ਫਸਲ ਪੂਰੀ ਹੋਈ ਨਹੀਂ। ਇਹਦੇ ਸੰਤ ਲੋਕ, ਲੜਕੀ ਵਿਆਹੁਣ ਵਾਲੀ ਆ, ਕਰਜ਼ਾ ਦੇਣ ਵਾਲਾ ਪਿਆ ਹੋਇਆ, ਕਿੱਥੇ ਮਹਾਰਾਜ? ਕਹਿੰਦੇ ਆ ਸਾਰਾ ਕੁਝ ਕਰਦਾ, ਜਪ ਤਪ ਵੀ ਬਹੁਤ ਹੈ, ਗਰਮੀ ਸਰਦੀ ਵੀ ਚੱਲਦਾ, ਭੁੱਖ ਪਿਆਸ ਵੀ ਚੱਲਦਾ, ਕਿਰਤ ਵੀ ਧਰਮ ਦੀ ਆ, ਇਹਦਾ ਦੇਖ ਲਓ। ਕਹਿੰਦੇ ਫੇਰ, ਕਹਿੰਦੇ ਜਿੰਨਾ ਚਿਰ ਨਾਲ ਨਾਮ ਨਹੀਂ ਜਪਦੇ ਨੇ ਸਾਰੇ ਕੰਮ ਅਧੂਰੇ ਆ। ਗੱਜ ਕੇ ਬੋਲੋ ਵਾਹਿਗੁਰੂ। ਕਿਆ ਜਪ ਕਿਆ ਤਪ। ਇਹ ਜਪ ਤਪ ਉਹਨਾਂ ਚਿਰ ਕੀ ਹੈ ਜਿੰਨਾ ਚਿਰ ਨਾਮ ਨਹੀਂ ਨਾਲ, ਸਿਮਰਨ ਨਹੀਂ। ਏਕੇ ਨਾਲ ਤੇ ਸਿਫਰਿਆਂ ਦਾ ਮੁੱਲ ਬਣ ਜਾਂਦਾ। ਤੇ ਜੇ ਸਿਫਰਿਆਂ ਨੂੰ ਏਕਾ ਲਾ ਦਈਏ ਤੇ ਸਿਫਰੇ ਸਿਫਰੇ ਹੀ। ਇਸ ਵਾਸਤੇ ਮਹਾਰਾਜ ਨੇ ਕਿਰਤ ਦੇ ਨਾਲ ਕਿਹਾ, ਨਾਮ ਵੀ ਜਪਣਾ, ਵੰਡ ਵੀ ਛਕਣਾ। ਇਹ ਤਿੰਨ ਸੂਤਰ ਮਹਾਰਾਜ ਨੇ ਬਖਸ਼ੇ ਹਨ। ਪਰਪੰਚ ਝੂਠ ਗੁਮਾਨਾ। ਇਹ ਜਿੰਨਾ ਪ੍ਰਪੰਚ ਛਲਵਲ ਠੱਗੀ ਠੋਰੀ ਕਰ ਰਿਹਾ ਔਰ ਮਾਇਆ ਪਦਾਰਥ ਇਕੱਠੇ ਕਰ ਕਰਕੇ ਔਰ ਜਵਾਨੀ ਦੇ ਉੱਤੇ, ਆਪਣੀ ਬੁੱਧੀ ਦੀ ਕੁਸ਼ਲਤਾ ਉੱਤੇ, ਇਹ ਕਹਿੰਦੇ ਝੂਠਾ ਹੀ ਗੁਮਾਨ ਹੈ, ਝੂਠਾ ਹੀ ਹੰਕਾਰ ਹੈ। ਬਾਬਾ ਜਵਾਲਾ ਸਿੰਘ ਮਹਾਰਾਜ ਦੇ ਕੋਲ ਇੱਕ ਪ੍ਰੇਮੀ ਆਇਆ, ਕਹਿੰਦੇ ਤੇਰਾ ਨਾਂ ਕੀ ਹੈ? ਬਹੁਤ ਵੱਡਾ ਠੇਕੇਦਾਰ ਸੀ ਟਾਟੇ 'ਚ। ਕਹਿੰਦੇ ਜੀ ਮੇਰਾ ਨਾਂ ਦਇਆ ਸਿੰਘ ਹੈ। ਕਹਿੰਦੇ ਦਇਆ ਸਿੰਘ ਕਿਹੜੀ ਚੀਜ਼ ਦਾ ਨਾਂ ਹੈ?
ਇਹ ਬਾਲ ਆ, ਇਹ ਮੱਥਾ ਆ, ਇਹ ਅੱਖਾਂ ਆ, ਕੰਨ ਆ, ਮੂੰਹ, ਨੱਕ ਆ, ਪੈਰ ਆ, ਹੱਥ ਆ, ਕਿਹੜੀ ਚੀਜ਼ ਦਾ ਆਨੰਦ ਆ ਉਸ ਨੂੰ? ਉਹ ਵਿਚਾਰਾ ਉਲਝ ਗਿਆ। ਫਿਰ ਕਹਿੰਦੇ ਕਿਰਪਾ ਕਰੋ। ਫਿਰ ਮਹਾਂਪੁਰਖਾਂ ਨੇ ਬੜੇ ਵਿਸਥਾਰ ਦੇ ਨਾਲ ਸਮਝਾਇਆ, ਇਹ ਇਨਸਾਨ ਤਾਂ ਇਹ ਜਿਹੜਾ ਪੰਜਾਂ ਤੱਤਾਂ ਦਾ ਬਣਿਆ ਲੋਥੜਾ, ਇਹਦੇ ਤੇ ਕਿੰਨਾ ਹੰਕਾਰ ਕਰਕੇ ਬੈਠਾ ਹੋਇਆ ਹੈ। ਜਲ ਕੀ ਪੀਤ ਪਵਨ ਕਾ ਥੰਬਾ, रक्त बूंद का गारा, हाड़ मास नाड़ी को पिंजर, पंखी बस है बेचारा, प्राणी क्या मेरा क्या तेरा, जैसे तरवर पंख बसेरा। ये तो 4 दिन जीव रूपी पंछी ये सरीर रूपी वृक्ष ते रह रहा है। तो जदों दा हुक्म आया, ना तन पुछी ना मता पकाया, जाना पैना है। इस वास्ते पर साध संगत जी इस उपर लै रखो गमान। ये साध संगत जी गंद पिलदी देह दे उत्ते ये इंसान किड्डी हंकार दी पंड चुकी फिरदा है। कह कबीर ते अंत बिगुते। कबीर साहब जी कहंदे जिन्हें संसार दे उत्ते आके नाम बाणी दा अभ्यास नहीं कीता, साधु जनां दी संगत नहीं कीती, अंत नूं बगूते मैंने वो अपने जीवन में बर्बाद कर लेंदे हैं। क्योंकि साधु संत को जाओगे वो संगत नूं नाम जपण लाएगा, बुरे काम छड्डण भले काम करन लाएगा, और ते जिहड़ा परमेश्वर आ वो नाम जपण वाले नूं मुक्ति देवेगा। सो इस वास्ते महापुरुषां दी हर एक दी संगत आ। हुण चोर को जाओ वो नाम जपण दी सिक्ख्या थोड़ी देगा, चोरी दी। अमली को जाओ पहला तो कोलों देवेगा, फिर पक्का चेला बना लेगा, गाहक भी बना लेगा। इस तरह जिहो जी सोसाइटी जाओगे उस तरह का अखलाक तो गिरे हुए मनुष्यों की करांगे, इंसान अपना जीवन बर्बाद कर लेगा। इस करके फिर जिहड़ी साधु संगत गुरह बताई, सतगुरां ने महापुरखों की संगत करनी दसी है, जिहदे द्वारा ये जीवन नूं सोझी सेध मिलती है। कबीर साहब कहते जिन्हें संगत नहीं की, नाम अभ्यास नहीं किया, अंत समय वो बगूते अपने जीवन नूं बर्बाद करके चले जाते। हुण मुहम्मद गजनवी होया, 17 बेरी हिंदुस्तान लुटिया, कहते वो खजाने दियां चाबियां ऊठां ते लदियां जांदियां सी। हुण जिले मरण का समा आया, सारे खजानिया के दरवाजे खोलते, हीरे जवाहरा सोना चांदी पिया पिया बैड ते रो रहा, अखां चों अथरू बग रहा। बड़े बड़े जरनैल मारा हिंदुस्तान तुहाडे मूहरे खड़िया कोई नहीं, 17 हमले कोई मुकाबले नहीं आया, अज रो रहे हैं। एडे तुसीं बलवान दिल वाले सी। कहंदे सारी उम्र आ रोड पत्थर मिट्टी की मैल इकट्ठी करदा रहा, खुदा की बंदगी नहीं की, परमात्मा की बंदगी नहीं की। जेड़े काम लई देह मिली है, कबीर मानस जन्म दुलंभ है होत न बारंबार, ज्यों बन फल पाके भोए गिरै बोर न लागे डार। इस वास्ते नाम नहीं जपिया, वो अंत नूं बगूते अपना जीवन बर्बाद करके चले जाते हैं। आया काल निदाना। को निदान कहते हो मूर्खा बुद्धि तो हीणिया, ये जड़ा मौत के फरिश्ते आ ये आ जाने हैं। क्योंकि जन्म तो लैके मौत तक तैनू सुनहरी चांस दिता कि भजन करके तू जन्म सवार लै। 12 वर्ष बालपन बीते, 20 वर्ष तपना कियो, और 30 वर्ष देव न पूजा, फिर पछताना बिरद पैओ मेरी मेरी करते जन्म गयो। एवं जन्म बीत जाता, 12 साल तो अज्ञानता विच चले गए, न्याणेपन च, फिर जवानी विषयां विकारां विच गवा लई, बुढ़ापा बीमारियां च, अंत फिर मौत आ जाती, घर कंपन लग गए, फिर चाह का कप भी नहीं फड़ होंदा, डोलदे हथ कंबदा शरीर, इस तरह की हालत हो जाती है।
ਸੋ ਇਸ ਵਾਸਤੇ ਬਾਬਾ ਫਰੀਦ ਸਾਹਿਬ ਨੇ ਦਸ਼ਾ ਬੁਢਾਪੇ ਦੀ ਸਲੋਕ 'ਚ ਜ਼ਾਹਰ ਕੀਤੀ ਹਨ। ਫਰੀਦਾ ਇੰਨੀ ਨਿੱਕੀਆਂ ਜੰਗੀਆਂ ਥਲ ਡੂਗਰ ਪਵੇ ਹੋਮ, ਆਜ ਫਰੀਦਾ ਕੂਜੜਾ ਸਹਿ ਕੋਹਾਂ ਥੀ ਓਮ। ਕਹਿੰਦੇ ਅੱਜ ਉਹ ਬੁਝੂ ਕਰਨ ਵਾਲਾ ਕੁੱਜਾ ਵੀ 100 ਕੋਹਾਂ ਤੇ ਦੀਦਾ, ਕਿੰਨੇ ਪਹਾੜਾਂ ਹਾਂਜੀ ਔਖੇ ਰਸਤਿਆਂ 'ਚ ਇਹਨਾਂ ਛੋਟੀ ਛੋਟੀਆਂ ਲੱਤਾਂ ਨਾਲ ਸਫ਼ਰ ਕਰ ਲਏ ਸੀ। ਅੱਜ ਇਹ ਬੁਢਾਪਾ ਐਸਾ ਹੈ। ਸੋ ਇਸ ਵਾਸਤੇ ਇਨਸਾਨ ਬਾਲਕਪਨ ਅਗਿਆਨਤਾ 'ਚ ਗੁਆ ਲੈਂਦਾ, ਜਵਾਨੀ ਵਿਸ਼ੇ ਵਿਕਾਰਾਂ 'ਚ, ਬੁਢਾਪਾ ਰੋਗਾਂ ਵਿੱਚ ਚਲੇ ਜਾਂਦਾ। ਭਜਨ ਵਾਸਤੇ ਕਿਹੜਾ ਸਮਾਂ ਲਾਇਆ। ਸੋ ਇਸ ਤਰ੍ਹਾਂ ਵਿਰਲੇ ਆ ਜਿਨ੍ਹਾਂ ਨੂੰ ਸੋਝੀ ਆਈ ਹੈ, ਉਹਨੇ ਸਮੇਂ ਦੀ ਵੰਡ ਕੀਤੀ, ਟਾਈਮ ਟੇਬਲ ਬਣਾਇਆ ਹੋਇਆ। ਗੁਰਦੁਆਰਿਆਂ 'ਚ ਟਾਈਮ ਟੇਬਲ ਚੱਲਦਾ ਨਾ, ਅੰਮ੍ਰਿਤ ਵੇਲੇ ਉੱਠਣਾ, ਸੇਵਾ ਹੁੰਦੀ ਹੈ, ਮਹਾਰਾਜ ਪ੍ਰਕਾਸ਼ ਹੁੰਦੇ ਹੈ, ਕਥਾ ਕੀਰਤਨ ਹੈ, ਫਿਰ ਇਸ ਤਰ੍ਹਾਂ ਆਪਣੀ ਕਿਰਤ ਕਰੋ, ਫਿਰ ਤੀਸਰੇ ਪੈਰ ਕਥਾ ਕੀਰਤਨ ਸੁਣੋ, ਸ਼ਾਮ ਦਾ ਨਿਤਨੇਮ। ਕੈਨੀ ਰੂਟੀਨ ਮਹਾਰਾਜ ਨੇ ਬਣਾ ਕੇ ਦਿੱਤੀ ਹੋਈ ਹੈ। ਅਤੇ ਜੇ ਘਰਾਂ 'ਚ ਵੀ ਇਸ ਤਰ੍ਹਾਂ ਹੀ ਚੱਲ ਪਈਏ ਤੇ ਬੁਰਾਈ ਕਰਨ ਲਈ ਅਵਕਾਸ਼ ਹੀ ਨਹੀਂ ਮਿਲਦਾ, ਬੰਦੇ ਨੂੰ ਸਮਾਂ ਹੀ ਨਹੀਂ ਮਿਲਦਾ। ਅੱਜ ਹੁਣ ਨਸ਼ਿਆਂ ਵਿੱਚ ਵਿਸ਼ਿਆਂ 'ਚ ਨੌਜਵਾਨੀ ਕਿ ਨਸ਼ਿਆਂ ਦੀ ਬੈਤਰਣੀ ਨਦੀ ਵਿੱਚ ਕਿਵੇਂ ਰੁੜੀ ਜਾ ਰਹੀ ਹੈ, ਕੋਈ ਹਿਸਾਬ ਕਿਤਾਬ ਨਹੀਂ ਹੈ। ਸੋ ਇਸ ਵਾਸਤੇ ਕਿਉਂ ਸੰਗਤ ਨੂੰ ਟੁੱਟ ਗਏ ਹਾਂ, ਸੰਗਤ ਨੂੰ ਕਥਾ ਵਾਰਤਾ ਨਹੀਂ ਸੁਣਦੇ, ਤੜਕੇ ਉੱਠ ਕੇ ਇਸ਼ਨਾਨ ਨਹੀਂ ਕਰਦੇ, ਨਿਤਨੇਮ ਨਹੀਂ ਕਰਦੇ, ਬਾਣੀ ਨਹੀਂ ਪੜ੍ਹਦੇ, ਚੰਗੇ ਪੁਰਸ਼ਾਂ ਦੀ ਸੰਗਤ 'ਚ ਨਹੀਂ ਬਹਿੰਦੇ। ਜੇ ਗੁਰਦੁਆਰਿਆਂ 'ਚ ਆਉਂਦੇ ਹਾਂ ਸਿਰਫ ਮੱਥਾ ਟੇਕਿਆ ਚਲੇ ਗਏ, ਕਲਾਸ ਲੱਗੀ ਹੈ ਉਹਦੇ ਵਿੱਚੋਂ ਆਪਾਂ ਕੋਈ ਗਿਆਨ ਵਿਚਾਰ ਹਾਸਲ ਨਹੀਂ ਕੀਤੀ, ਅਤੇ ਫਿਰ ਆਉਣ ਦਾ ਕੋਈ ਜ਼ਿਆਦਾ ਲਾਭ ਨਹੀਂ। ਉਨਾ ਕੁ ਤਾਂ ਹੈ ਜਿੰਨਾ ਚਿਰ ਗੁਰੂ ਘਰ ਰਹੇ। ਪੂਰਾ ਲਾਭ ਉਦੋਂ ਜਦੋਂ ਫਿਰ ਬਾਣੀ ਸੁਣੀਏ, ਪੜ੍ਹੀਏ, ਵਿਚਾਰੀਏ, ਗ੍ਰਹਿਣ ਕਰ ਲਈਏ, ਫਿਰ ਉਹਦੇ 'ਚ ਬੜਾ ਭਾਰੀ ਲਾਭ ਹੁੰਦਾ ਹੈ। ਸੋ ਸਤਸੰਗੀਓ, ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਬੜੀ ਮਹਾਨ ਬਖਸ਼ਿਸ਼ ਕਿਰਪਾਲਤਾ ਕੀਤੀ ਹੈ। ਬਾਕੀ ਕੀਰਤਨ ਕਥਾ ਤੇ ਰੋਜ਼ਾਨਾ ਹੀ ਲਾਹੇ ਦਾ ਹੈ, ਪਰ ਇਹ ਹੈ ਕਿ ਹਰ ਚੀਜ਼ ਦੀ ਵੈਰਾਈਟੀ ਹੁੰਦੀ ਹੈ। ਇੱਕ ਮੱਝ 2 ਕਿਲੋ ਦੁੱਧ ਨਹੀਂ ਦਿੰਦੀ, ਇੱਕ ਮਣ ਮਣਿਆ। ਇਸ ਤਰ੍ਹਾਂ ਕੀਰਤਨ ਤਾਂ ਸਾਰੇ ਕਰਦੇ ਆ, ਕਥਾ ਵੀ, ਪਰ ਮਹਾਰਾਜ ਦੀ ਬਰਕਤ ਮਿਲਦੀ ਹੈ ਜਿਨ੍ਹਾਂ 'ਤੇ ਉਹ ਕਿਰਪਾ ਕਰ ਦਿੰਦੇ ਆ, ਬਖਸ਼ਿਸ਼ ਕਰ ਦਿੰਦੇ। ਉਹ ਰੂਹਾਨੀ ਬਖਸ਼ਿਸ਼ ਜਿਹੜੀ ਹੈ ਉਹ ਬੜੀ ਅਲੌਕਿਕ ਹੁੰਦੀ ਹੈ। ਸੋ ਅੱਜ ਕੀਰਤਨ ਕੀਤਾ ਰਾਗੀ ਸਿੰਘਾਂ ਨੇ, ਆਏ ਵੀ ਸ਼ੌਕ ਨਾਲ ਸ਼ਾਂਤ ਜੀ ਨੇ, ਔਰ ਰਬਾਬ ਵੀ ਕਈਆਂ ਨੇ ਤੇ ਦਰਸ਼ਨ ਘੱਟੇ ਕੀਤਾ ਹੁੰਦਾ। ਮਹਾਰਾਜ ਦਸਮ ਪਾਤਸ਼ਾਹ ਦਾ ਰਬਾਬ ਵੀ ਸਕੇਤ ਮੰਡੀ ਹੈ। ਸੋ ਇਸ ਤਰ੍ਹਾਂ ਕੀਰਤਨ ਕੀਤਾ ਉਹਨੇ ਬੜਾ। ਕੋਈ ਸਮਾਂ ਪਹਿਲਾਂ ਇੱਥੇ ਭਾਈ ਮਲਕੀਤ ਸਿੰਘ ਜੀ ਹੈੱਡ ਗ੍ਰੰਥੀ ਸਾਹਿਬ ਬੈਠੇ ਹੈ। ਭਾਈ ਸਾਹਿਬ ਮਲਕੀਤ ਸਿੰਘ ਰਾਗੀ ਹੁੰਦੇ ਸੀ। ਜਦੋਂ ਉਹਦੀ ਆਵਾਜ਼ ਕੰਨੀ ਪੈਂਦੀ ਸੀ ਨਾ, ਸੁਰਤ ਜੁੜ ਜਾਂਦੀ ਸੀ, ਇੰਨਾ ਰਸ ਸੀ ਉਹਨਾਂ ਦੀ ਜ਼ੁਬਾਨ ਵਿੱਚ। ਹੁਣ ਉਹ ਮੁਕਤਸਰ ਰਹਿੰਦੇ ਆ, ਨਾਲ ਹੀ ਮਹਾਰਾਜ ਦੇ ਸਥਾਨ ਦੇ ਉਹਨਾਂ ਦੀ ਰਿਹਾਇਸ਼ ਪਿੱਛੇ ਜਾ ਕੇ ਮਿਲੇ। ਇਹ ਕੁਦਰਤੀ ਹੈ, ਕਈਆਂ ਦੀ ਜ਼ੁਬਾਨ ਵਿੱਚ ਐਸਾ ਰਸ ਹੈ, ਸਾਜ਼ਾਂ ਦਾ ਵੀ, ਜੋੜੀ ਦਾ, ਸੁਰ ਤਾਲ, ਆਵਾਜ਼ ਦਾ। ਸੋ ਇਸ ਵਾਸਤੇ ਬਾਕੀ ਜੋ ਗੁਰੂ ਦਾ ਜਸ ਕਰਦਾ ਸਭ ਦਾ ਹੀ ਸਤਿਕਾਰ ਹੈ, ਪਰ ਬਾਕੀ ਜਿਹੜੀ ਬਖਸ਼ਿਸ਼ ਕਥਾ ਦੀ ਹੈ, ਕੀਰਤਨ ਦੀ ਹੈ, ਇਹ ਗੁਰੂ ਮਹਾਰਾਜ ਦੀ ਮਿਹਰ ਦੇ ਨਾਲ ਹੁੰਦੀ ਹੈ। ਸੰਤ ਬਾਬਾ ਸੁੰਦਰ ਸਿੰਘ ਜੀ ਢਿੰਡਰਾਂ ਵਾਲਿਆਂ ਨੇ ਸੰਤ ਗਿਆਨੀ ਗੁਰਬਚਨ ਸਿੰਘ ਨੂੰ ਸੇਵਾ ਦਿੱਤੀ। ਕਈ ਬੜੇ ਨਾਰਾਜ਼, ਅਸੀਂ ਮਹਾਰਾਜ ਇੰਨੇ ਚਿਰ ਦੇ ਤੁਹਾਡੇ ਕੋਲ ਰਹਿੰਦੇ ਹਾਂ, ਇਹ ਗ੍ਰਸਤੀ ਜੀਵਨ ਸੀ, ਅਸੀਂ ਬਿਆੰਗਮ ਹਾਂ। ਕਹਿੰਦੇ ਵੀ ਇਹ ਕਮਾਈ ਆਪੋ ਆਪਣੀ ਹੁੰਦੀ ਹੈ। ਉਦੋਂ ਵੀ ਜਿਹੜੇ ਮਹਾਂਪੁਰਖਾਂ ਨੂੰ ਅਨੁਭਵ ਦਿੱਤਾ ਸੀ ਨਾ, ਸਾਰਾ ਨਕਸ਼ਾ ਦਿਖਾ ਦਿੱਤਾ ਸੀ। ਨਕਸ਼ਾ ਇਸ ਵਾਸਤੇ ਸਾਧ ਸੰਗਤ ਜੀ, ਇਹ ਰੂਹਾਨੀਆਂ ਦੀ ਕਿਰਪਾ ਜਿਹੜੀ ਇਹ ਉਹਨਾਂ ਮਹਾਂਪੁਰਖਾਂ ਦੀ ਮਿਹਰ ਨਾਲ ਹੁੰਦੀ ਹੈ। ਦੇਖ ਲਓ
ਆਪਣੇ 30 ਦੇ ਵਿੱਚ ਬਾਬਾ ਜੀ ਸਮਾਏ ਹੈ। 69 ਦੇ ਵਿੱਚ ਸੰਤ ਗਿਆਨੀ ਗੁਰਬਚਨ 39 ਸਾਲ ਵਿਦਿਆ ਪੜ੍ਹਨ ਪੜ੍ਹਾਉਣ ਦੀ, ਅੰਮ੍ਰਿਤ ਛਕਾਉਣੇ, ਕਥਾ ਪ੍ਰਚਾਰ, ਸੇਵਾ ਕੀਤੀ। ਇੱਕ ਦਿਨ ਵੀ ਬਖੇਪਤਾ ਦਾ ਨਹੀਂ ਆਇਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਹੁਤ ਵੱਡੀ ਕਿਰਪਾ ਕੀਤੀ ਹੈ ਕਿ ਆਪ ਸੰਗਤਾਂ, ਕਿਉਂਕਿ ਅੱਗੇ ਲਾਕਡਾਊਨ ਰਿਹਾ, ਬਿਮਾਰੀ ਕਰਕੇ ਅੱਜ ਸੰਗਤ ਵੀ ਬਿਆਨ ਆਈ ਹੈ। ਬਹੁਤਿਆਂ ਨੂੰ ਬੜੇ ਲੰਮੇ ਸਮੇਂ ਬਾਅਦ ਇਹ ਦਰਸ਼ਨ ਦਾ ਸਮਾਂ ਮਿਲਿਆ। ਸੋ ਮੁੱਚੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਹੈ। ਮਹਾਰਾਜ ਕਿਰਪਾ ਕਰ ਸਭ ਨੂੰ ਨਾਮ ਦਾਨ ਸਿੱਖੀ ਦਾਨ ਭਰੋਸਾ ਤੰਦਰੁਸਤੀ ਬਖਸ਼ਣ। ਪ੍ਰਬੰਧਕਾਂ ਦਾ, ਸੰਗਤਾਂ ਦਾ, ਸੇਵਾਦਾਰਾਂ ਦਾ ਧੰਨਵਾਦ। ਰਾਗੀ ਸਿੰਘਾਂ ਦਾ ਜਿਹਨੇ ਉੱਧਰ ਮਾਰ ਕੇ ਦਰਬਾਰ ਸਾਹਿਬ ਹਾਜ਼ਰੀ ਭਰੀ ਔਰ ਮਹਾਰਾਜ ਖਾਲਸਾ ਪੰਥ ਵਿੱਚ ਜੀਵ ਦਾ ਭਾਗ ਪਿਆਰ ਚੜ੍ਹਦੀ ਕਲਾ ਬਖਸ਼ਣ। ਇੰਨੀਆਂ ਹੀ ਬੇਨਤੀਆਂ ਪ੍ਰਵਾਨ ਕਰਨੀਆਂ। ਬਾਕੀ ਉਹ ਚੈਨਲ ਵਾਲੇ ਸੇਵਾਦਾਰ ਜਿਨ੍ਹਾਂ ਨੇ ਵੀ ਇਹ ਸਮਾਂ ਸੰਭਾਲਿਆ, ਇਹਨਾਂ ਦਾ ਵੀ ਭਾਈ ਧੰਨਵਾਦ ਹੈ। ਕਿਉਂਕਿ ਕਥਾ ਹੁੰਦੀ ਹੈ, ਕੀਰਤਨ ਹੁੰਦਾ, ਅੱਜ ਨੇੜੇ ਹੋ ਗਿਆ। ਬਹੁਤ ਸਾਰੀਆਂ ਸੰਗਤਾਂ ਜਿਹੜੇ ਕਿਸਾਨ ਤੇ ਹਾਜ਼ਰੀ ਨਹੀਂ ਭਰ ਸਕਦੇ, ਉਹ ਘਰ ਬੈਠੇ ਵੀ ਲਾਭ ਲੈ। ਇਸ ਵਾਸਤੇ ਇਹਨਾਂ ਸੇਵਾਦਾਰਾਂ ਦਾ ਵੀ ਧੰਨਵਾਦ ਹੈ। ਗੁਰੂ ਨਾਨਕ ਸਾਹਿਬ ਦਾ ਘਰ ਹੈ। ਰਾਗੀ ਸਿੰਘਾਂ ਨੂੰ ਵੀ ਰੋਟੀ ਬਖਸ਼ਣ ਚੈਨਲ ਵਾਲਿਆਂ ਨੂੰ, ਕਿਉਂਕਿ ਇਹ ਸਿਰ ਪਾਓ ਇਹ ਗੁਰੂ ਨਾਨਕ ਦੇ ਘਰ ਦੀ ਬਖਸ਼ਿਸ਼ ਤੇ ਜਿਹਦੇ ਬੜੀ ਭਾਰੀ ਬਰਕਤ ਹੁੰਦੀ ਹੈ। ਤੇਰਾ ਕਰਨ ਦਾ ਸਮੁੱਚੇ ਵਿੱਚ ਧੰਨਵਾਦ ਹੈ। ਵਾਹਿਗੁਰੂ ਜੀ ਕਾ ਖਾਲਸਾ।